ਜਿਵੇਂ ਟੀਵੀ ਪੰਜਾਬੀ ਦੁਨੀਆ ਦੀ ਵੀ ਇਹ ਪਾਲਿਸੀ ਹੈਗੀ ਆ ਤੇ ਇਹਦੇ ਰਾਹੀਂ ਅਸੀਂ ਅਕਸਰ ਪੰਜਾਬੀ ਜਿਹੜੇ ਸ਼ਾਇਰ ਨੇ, ਪੰਜਾਬੀ ਵਿਦਵਾਨ ਨੇ, ਪੰਜਾਬ ਨਾਲ ਸੰਬੰਧਿਤ ਸਾਡੇ ਸੱਭਿਆਚਾਰਕ ਮਾਮਲੇ ਹੋਣ ਜਾਂ ਆਰਥਿਕ ਮਾਮਲੇ ਹੋਣ, ਉਹਨਾਂ ਦੀ ਗੱਲ ਜਿਹੜੀ ਆ ਪੰਜਾਬੀ ਦੁਨੀਆ ਟੀਵੀ ਦੇ ਉੱਤੇ ਹੁੰਦੀ ਰਹਿੰਦੀ ਆ। ਉਹ ਪੰਜਾਬੀ ਪ੍ਰਤੀ ਪੰਜਾਬੀ ਜਿੱਥੇ ਵੀ ਬੈਠੇ ਨੇ ਉਹ ਕਾਫੀ ਜ਼ਿਆਦਾ ਗੰਭੀਰ ਨੇ, ਸੰਜੀਦਾ ਨੇ ਕਿ ਪੰਜਾਬੀ ਮਾਂ ਬੋਲੀ ਨੂੰ ਆਪਾਂ ਹਰ ਹਾਲਤ ਆਪਣੇ ਬੱਚਿਆਂ ਤੱਕ ਅੱਗੇ ਪਹੁੰਚਾਉਣਾ ਹੈ। ਇਹਦਾ ਨਾਂ ਹੀ ਪੰਜਾਬੀ ਦੁਨੀਆ ਆ, ਜਿਹਨੇ ਪੰਜਾਬੀਆਂ ਦੀ ਸਾਰ ਲੈਣੀ ਹੁੰਦੀ ਆ, ਪੰਜਾਬੀਆਂ ਦੀਆਂ ਸਮੱਸਿਆਵਾਂ ਦੀਆਂ ਗੱਲਾਂ ਕਰਨੀਆਂ ਹੁੰਦੀਆਂ। ਇਹ 30 ਤੇ 31 ਜੁਲਾਈ ਨੂੰ ਜੀ ਇੱਥੇ ਟੋਰਾਂਟੋ ਦੇ ਵਿੱਚ ਹੀ ਹੋਏਗੀ ਤੇ ਇਹਦੇ ਵਿੱਚ ਦੁਨੀਆ ਭਰ ਦੇ ਵਿਦਵਾਨ ਜਿਹੜੇ ਆ ਉਹ ਸ਼ਾਮਲ ਹੋਣਗੇ ਤੇ ਪੰਜਾਬੀਆਂ ਲਈ ਤੇ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਜਿਹੜੀਆਂ ਤਾਕਤਾਂ ਨਹੀਂ ਚਾਹੁੰਦੀਆਂ ਕਿ ਅੰਮ੍ਰਿਤਸਰ ਤੋਂ ਫਲਾਈਟ ਚਾਲੂ ਹੋਵੇ, ਜਿਵੇਂ ਆਪਾਂ ਜ਼ਿਕਰ ਕੀਤਾ ਹੋਟਲਾਂ ਦੀ ਲੌਬੀ ਹੋ ਸਕਦੀ ਆ, ਢਾਬਿਆਂ ਵਾਲੇ ਹੋ ਸਕਦੇ ਆ, ਟਰਾਂਸਪੋਰਟਰ ਹੋ ਸਕਦੇ ਆ, ਪਰ ਜਿਹੜੀਆਂ 에ਅਰਲਾਈਨ ਨੇ ਉਹਨਾਂ ਨੂੰ ਤੇ ਨਜ਼ਰ ਆਉਂਦਾ ਹੋਏਗਾ ਨਾ ਜੀ ਕਿ ਜੇ ਉੱਥੋਂ ਅਸੀਂ ਸਿੱਧਾ ਕਰ ਲਈਏ ਤੇ ਸਾਨੂੰ ਕੋਈ ਖਰਚੇ ਵੀ ਘੱਟ ਪੈਣਗੇ। ਅੰਮ੍ਰਿਤਸਰ ਦਾ 에ਅਰਪੋਰਟ ਹੈਗਾ, ਇਹ ਸਾਰੀ ਦੁਨੀਆ ਨੂੰ ਪਤਾ ਆ ਕਿ ਜਿਹੜਾ ਅੰਮ੍ਰਿਤਸਰ ਸ਼ਹਿਰ ਆ ਇਹ ਇੱਕ ਸਾਰੀ ਦੁਨੀਆ ਦੇ ਪੱਧਰ ਦਾ ਸ਼ਹਿਰ ਆ। ਆਨਲਾਈਨ ਐਜੂਕੇਸ਼ਨ ਦਾ ਪ੍ਰਬੰਧ ਹੋ ਜਾਵੇ, ਬੱਚਿਆਂ ਦੇ ਬਹਿਣ ਲਈ ਪ੍ਰੋਪਰ ਡੈਸਕ ਹੋ ਜਾਣ, ਪ੍ਰੋਪਰ ਲੈਬੋਰਟਰੀਆਂ ਬਣ ਜਾਣ, ਪ੍ਰੋਪਰ ਵਾਸ਼ਰੂਮ ਬਣ ਜਾਣ, ਬੇਟੀਆਂ ਵਾਸਤੇ ਵੱਖਰੇ ਵਾਸ਼ਰੂਮ ਬਣ ਜਾਣ, ਸਟਾਫ ਵਾਸਤੇ ਵੱਖਰੇ ਸਾਫ਼ ਸੁਥਰੇ ਵਾਸ਼ਰੂਮ ਬਣ ਜਾਣ, ਸਟਾਫ ਪੂਰਾ ਹੋ ਜੇ। ਇਸੇ ਨੂੰ ਤੇ ਭਗਵੰਤ ਦੀ ਦਿੱਲੀ ਮਾਡਲ ਕਹਿੰਦੇ ਆ। ਇਹਦੇ ਵਿੱਚ ਕੋਈ ਮੈਨੂੰ ਨਹੀਂ ਲੱਗਦਾ ਇਤਰਾਜ਼ ਵਾਲੀ ਗੱਲ ਆ। ਪੰਜਾਬ ਦੇ ਅਧਿਆਪਕਾਂ ਨੂੰ, ਪੰਜਾਬ ਦੇ ਜਿਹੜੇ ਬੁੱਧੀਜੀਵੀ ਆ ਉਹਨਾਂ ਨੂੰ ਇਤਰਾਜ਼ ਇਸ ਗੱਲ ਦਾ ਆ ਕਿ ਇਹ ਗੱਲ ਦਿੱਲੀ ਜਾਣ ਤੋਂ ਬਿਨਾਂ ਵੀ ਕੀਤੀ ਜਾ ਸਕਦੀ ਆ। ਇਹ ਕਿਹਨੂੰ ਭੁਲੇਖਾ ਹੈਗਾ ਕਿ ਵੀ ਸਕੂਲ ਦੇ ਵਿੱਚ ਜਿਹੜਾ ਫਰਨੀਚਰ ਹੋਣਾ ਚਾਹੀਦਾ, ਕਮਰੇ ਜਿਹੜੇ ਆ ਉਹ ਠੀਕ ਹੋਣੇ ਚਾਹੀਦੇ ਆ, ਗੁਸਲਖਾਨੇ ਹੋਣੇ ਚਾਹੀਦੇ ਆ, ਵਗੈਰਾ ਵਗੈਰਾ, ਅਧਿਆਪਕ ਪੂਰੇ ਹੋਣੇ ਚਾਹੀਦੇ ਆ। ਇਹਦੇ 'ਚ ਕਿਤੋਂ ਵੀ ਮਾਡਲ ਲੈਣ ਦੀ ਲੋੜ ਨਹੀਂ ਹੈ। ਸਿੰਘ ਮਾਨ ਹੋਰਾਂ ਦੀ ਸਰਕਾਰ ਲਗਾਤਾਰ ਐਫਰਟ ਕਰ ਰਹੀ ਹੈ, ਜਿਹੜੇ ਉਹਨਾਂ ਵਾਅਦੇ ਕੀਤੇ ਆ ਉਹਨਾਂ ਦੀ ਪੂਰਤੀ ਲਈ। ਇੱਦਾਂ ਨਹੀਂ ਕਿ ਇੰਨੀ ਮੰਦੀ ਆਰਥਿਕ ਹਾਲਤ ਦੇ ਬਾਵਜੂਦ ਉਹਨਾਂ ਕੋਲ ਇਸ ਤਰ੍ਹਾਂ ਦਾ ਕੋਈ ਬਹਾਨਾ ਨਹੀਂ ਉਹਨਾਂ ਅਜੇ ਤੱਕ ਲਾਇਆ ਕਿ ਪਿਛਲੀ ਸਰਕਾਰ ਖਜ਼ਾਨਾ ਖਾਲੀ ਛੱਡ ਗਈ ਹੈ ਜੀ, ਅਸੀਂ ਕੁਝ ਕਰ ਨਹੀਂ ਸਕਦੇ। ਇਹ ਭਗਵੰਤ ਮਾਨ ਦੀ ਸਰਕਾਰ ਦਾ ਬੜਾ ਹਾਂਦਰੂ ਪੱਖ ਹੈਗਾ ਕਿ ਉਹਨਾਂ ਨੇ ਕਿਸੇ ਵੇਲੇ ਵੀ ਕੋਈ ਗੱਲ ਕਰਦਿਆਂ ਵੀ ਇਹ ਗੱਲ ਨਹੀਂ ਕਹੀ ਕਿ ਖਜ਼ਾਨਾ ਖਾਲੀ ਆ। ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਪ੍ਰੋਫੈਸਰ ਜਗੀਰ ਸਿੰਘ ਕਾਲੋ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦਾ ਵੀ ਕਰਦੇ ਹਾਂ ਸਵਾਗਤ। ਪ੍ਰੋਫੈਸਰ ਸਾਹਿਬ ਜੀ ਆਇਆਂ ਨੂੰ ਜੀ। ਬਹੁਤ ਮਿਹਰਬਾਨੀ ਜੀ, ਤੁਹਾਨੂੰ ਵੀ ਤੇ ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ। ਪ੍ਰੋਫੈਸਰ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲ ਜਾਣਨਾ ਚਾਹੂੰਗਾ, ਅੱਜ ਕੱਲ੍ਹ ਕਾਫੀ ਰੁਝੇਵੇਂ 'ਚ ਤੁਸੀਂ ਵਿਸ਼ਵ ਪੰਜਾਬੀ ਕਾਨਫਰੰਸ ਇੱਥੇ ਹੁਣ ਸਾਡੇ ਰਵਾਇਤ ਬਣ ਗਈ ਆ, ਦੋ ਹੁੰਦੀਆਂ ਨੇ ਸਾਡੇ ਸ਼ਹਿਰ ਟੋਰਾਂਟੋ ਵਿੱਚ। ਅੱਛੀ ਗੱਲ ਹੈ ਕਿ ਕਾਫੀ ਸਾਰੇ ਵਿਦਵਾਨ ਆਉਂਦੇ ਨੇ ਜਿਹੜੇ ਹੁਣ ਮੌਕੇ 'ਤੇ ਨਹੀਂ ਆ ਸਕਦੇ, ਉਹਨਾਂ ਨੂੰ ਇਨਵੀਟੇਸ਼ਨ ਗਏ ਹੁੰਦੇ ਆ। ਉਹ ਸਾਲ ਦੇ ਵਿੱਚ ਕਦੀ ਨਾ ਕਦੀ ਫਿਰ ਉਹ ਟੋਰਾਂਟੋ ਫੇਰੀ ਤੇ ਰਹਿੰਦੇ ਆ ਤੇ ਮੌਕਾ ਮਿਲਦਾ ਰਹਿੰਦਾ ਕਿ ਪੰਜਾਬੀ ਜ਼ਬਾਨ ਬਾਰੇ ਉਹਨਾਂ ਲੋਕਾਂ ਨਾਲ ਗੱਲਾਂ ਹੁੰਦੀਆਂ ਰਹਿਣ। ਪਿਛਲੇ ਦਿਨੀ ਪਟਿਆਲਾ ਯੂਨੀਵਰਸਿਟੀ ਦੇ 2 ਪ੍ਰੋਫੈਸਰ ਸਾਹਿਬਾਨ ਆਏ ਸੀ, ਉਹਨਾਂ ਨਾਲ ਵੀ ਗੱਲ ਕਰਨ ਦਾ ਸਮਾਂ ਮਿਲਿਆ। ਸੋ ਪੰਜਾਬੀ ਪ੍ਰਤੀ ਪੰਜਾਬੀ ਜਿੱਥੇ ਵੀ ਬੈਠੇ ਨੇ ਉਹ ਕਾਫੀ ਜ਼ਿਆਦਾ ਗੰਭੀਰ ਨੇ, ਸੰਜੀਦਾ ਨੇ ਕਿ ਪੰਜਾਬੀ ਮਾਂ ਬੋਲੀ ਨੂੰ ਆਪਾਂ ਹਰ ਹਾਲਤ ਆਪਣੇ ਬੱਚਿਆਂ ਤੱਕ ਅੱਗੇ ਪਹੁੰਚਾਉਣਾ ਆ ਤੇ ਨਾਲ ਲੈ ਕੇ ਜਾਣਾ। ਤੁਹਾਡਾ ਯਤਨ ਵੀ ਸਲਾਹੁਣਯੋਗ ਹੈ ਤੇ ਇੱਕ ਵਾਰੀ ਥੋੜ੍ਹਾ ਦੱਸੋ ਕਿ ਉਹਦੀ ਕੀ ਡੇਟਾ ਨੇ ਤੇ ਕਿਹੋ ਜਿਹਾ ਪ੍ਰੋਗਰਾਮ ਲਿਖਿਆ ਜੀ? ਇਹ ਜੀ ਜਿਹੜੀ 2019 ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਾਨਫਰੰਸ ਕਰਾਈ ਸੀਗੀ ਤੇ ਉਹਦੀ ਇਹ ਕੰਟੀਨਿਊਏਸ਼ਨ ਹੈਗੀ ਆ। 2021 ਦੇ ਵਿੱਚ ਹੋਣੀ ਸੀਗੀ, ਪਰੰਤੂ ਕੋਵਿਡ ਦੇ ਕਰਕੇ ਇਹ ਨਹੀਂ ਹੋ ਸਕੀ ਤੇ ਇਸ ਕਰਕੇ ਇਹ ਹੁਣ 2022 ਦੇ ਵਿੱਚ ਹੋਏਗੀ। ਇਹ 30 ਤੇ 31 ਜੁਲਾਈ ਨੂੰ ਜੀ ਇੱਥੇ ਟੋਰਾਂਟੋ ਦੇ ਵਿੱਚ ਹੀ ਹੋਏਗੀ ਤੇ ਇਹਦੇ ਵਿੱਚ ਦੁਨੀਆ ਭਰ ਦੇ ਵਿਦਵਾਨ ਜਿਹੜੇ ਆ ਉਹ ਸ਼ਾਮਲ ਹੋਣਗੇ ਤੇ ਪੰਜਾਬੀਆਂ ਲਈ ਤੇ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਬਾਬਾ ਜੀ ਜਿਹੜੇ ਸਾਡੇ ਆਲਮੀ ਪੱਧਰ ਦੇ ਸ਼ਾਇਰ ਨੇ, ਅੰਤਰਰਾਸ਼ਟਰੀ ਪੱਧਰ ਦੇ ਸ਼ਾਇਰ ਨੇ ਤੇ ਜਿਹੜੇ ਇੱਕ ਅਵਾਮੀ ਸ਼ਾਇਰ ਦਾ ਦਰਜਾ ਵੀ ਦੁਨੀਆ ਭਰ ਦੇ ਪੰਜਾਬੀਆਂ 'ਚ ਰੱਖਦੇ ਆ, ਉਹਨਾਂ ਨੂੰ ਵੀਜ਼ਾ ਮਿਲ ਗਿਆ ਔਰ ਉਹਨਾਂ ਦੀ ਕਨਫਰਮੇਸ਼ਨ ਹੋ ਚੁੱਕੀ ਆ, ਉਹ ਸ਼ਾਮਲ ਹੋਣਗੇ। ਜਿਹੜੀ ਤੁਸੀਂ ਕਾਨਫਰੰਸਾਂ ਦੀ ਗੱਲ ਕੀਤੀ ਹੈ, ਇੱਥੇ ਬਹੁਤ ਸਾਰੇ ਅਦਾਰੇ ਨੇ ਜਿਹੜੇ ਕੰਮ ਕਰ ਰਹੇ ਆ, ਸਿਹਤ ਸਭਾਵਾਂ ਵੀ ਨੇ, ਉਹਨਾਂ ਦੇ ਵਿੱਚ ਇੱਕ
ਨਵੀਂ ਆਰਗੇਨਾਈਜੇਸ਼ਨ ਲਿਟਰੇਰੀ ਰਿਫਲੈਕਸ਼ਨਸ ਵੀ ਬਣੀ ਆ, ਔਰ ਇੱਕ ਰਾਮਗੜੀਆ ਸਿੱਖ ਫਾਊਂਡੇਸ਼ਨ ਜਿਹੜੀ ਹੈਗੀ ਆ ਉਹ ontario ਵਾਲੀ, ਉਹਦੇ ਵੱਲੋਂ ਵੀ ਇੰਟਰਨੈਸ਼ਨਲ ਕਵੀ ਦਰਬਾਰ ਜਿਹੜਾ ਉਹ 22, 23, 24 ਜੁਲਾਈ ਨੂੰ ਕਰਾਇਆ ਜਾਣਾ ਆ। ਸੋ ਇਸ ਤਰੀਕੇ ਨਾਲ ਟੋਰਾਂਟੋ ਦੇ ਵਿੱਚ ਕਾਫੀ ਸਰਗਰਮੀ ਆ ਸਾਡੀ ਲੇਖਕਾਂ ਦੀ। ਇੱਥੇ ਸਾਡੇ ਵੱਡੇ ਲੇਖਕ ਪ੍ਰੋਫੈਸਰ ਵਰਿਆਮ ਸਿੰਘ ਸੰਧੂ, ਪ੍ਰਿੰਸੀਪਲ ਸਰਵਣ ਸਿੰਘ, ਪੂਰਨ ਸਿੰਘ ਪਾਂਧੀ, ਸਰਦਾਰ ਜਰਨੈਲ ਸਿੰਘ ਵਰਗੇ ਜਿਹੜੇ ਕਵੀ ਨੇ, ਕਹਾਣੀਕਾਰ ਜਿਹੜੇ ਨੇ ਉਹ ਇੱਥੇ ਨੇ। ਮੈਡਮ ਸੰਘਾ ਇੱਥੇ ਨੇ, ਬਲਬੀਰ ਸੰਘਾ ਮੈਡਮ, ਉਹ ਵੀ ਅੱਛਾ ਲਿਖਦੇ ਨੇ। ਸੁਰਜੀਤ ਕੌਰ ਇੱਥੇ ਨੇ, ਅੱਜ ਕੱਲ ਤੇ ਇੰਡੀਆ ਗਏ ਹੋਏ ਆ। ਫਿਰ ਹੋਰ ਬਹੁਤ ਸਾਰੇ ਨਾਮ ਹਾਂਜੀ, ਬੜੇ ਸਾਡੇ ਇੱਥੇ ਸਾਹਿਤਕਾਰ ਨੇ ਜੀ ਜਿਨ੍ਹਾਂ ਦੇ ਬੜੇ ਵੱਡੇ ਨਾਂ ਨੇ, ਤੇ ਇਹ ਸਾਰੇ ਪੰਜਾਬੀ ਲਈ ਬੜਾ ਯੋਗਦਾਨ ਪਾਉਂਦੇ ਆ। ਔਰ ਅਸੀਂ ਆਪਣੇ ਅਦਾਰੇ ਵੱਲੋਂ ਵੀ ਫਿਰ ਫ੍ਰੀ ਹੋ ਗਿਆ ਲੱਗਦਾ ਜੀ। ਨਹੀਂ, ਕਰੋ ਕੰਟੀਨਿਊ ਕਰੋ, ਰੁਕਦਾ ਵਾ ਤੁਹਾਡਾ ਥੋੜਾ ਜਿਹਾ, ਕੋਈ ਨਹੀਂ, ਕੰਟੀਨਿਊ ਕਰੋ। ਹਾਂ, ਇਹ ਜਿਵੇਂ ਟੀਵੀ ਪੰਜਾਬੀ ਦੁਨੀਆ ਦੀ ਵੀ ਇਹ ਪਾਲਿਸੀ ਹੈਗੀ ਆ, ਤੇ ਇਹਦੇ ਰਾਹੀਂ ਅਸੀਂ ਅਕਸਰ ਪੰਜਾਬੀ ਜਿਹੜੇ ਸ਼ਾਇਰ ਨੇ, ਪੰਜਾਬੀ ਵਿਦਵਾਨ ਨੇ, ਪੰਜਾਬ ਨਾਲ ਸੰਬੰਧਿਤ ਸਾਡੇ ਸੱਭਿਆਚਾਰਕ ਮਾਮਲੇ ਹੋਣ ਜਾਂ ਆਰਥਿਕ ਮਾਮਲੇ ਹੋਣ, ਉਹਨਾਂ ਦੀ ਗੱਲ ਜਿਹੜੀ ਆ ਪੰਜਾਬੀ ਦੁਨੀਆ ਟੀਵੀ ਦੇ ਉੱਤੇ ਹੁੰਦੀ ਰਹਿੰਦੀ ਆ। ਸੋ ਅਸੀਂ ਬਤੌਰ ਪੰਜਾਬੀ, ਬਤੌਰ ਆਰਗੇਨਾਈਜ਼ਰ ਤੇ ਟੀਵੀ ਪੰਜਾਬੀ ਦੁਨੀਆ, ਕਿਉਂਕਿ ਪੰਜਾਬੀ ਆ, ਇਹਦਾ ਨਾਂ ਹੀ ਪੰਜਾਬੀ ਦੁਨੀਆ ਆ, ਜਿਹਨੇ ਪੰਜਾਬੀਆਂ ਦੀ ਸਾਰ ਲੈਣੀ ਹੁੰਦੀ ਆ, ਪੰਜਾਬੀਆਂ ਦੀਆਂ ਸਮੱਸਿਆਵਾਂ ਦੀਆਂ ਗੱਲਾਂ ਕਰਨੀਆਂ ਹੁੰਦੀਆਂ। ਸੋ ਇਹ ਆਉਣ ਵਾਲੇ ਜਿਹੜੇ ਦਿਨ ਆ ਜੀ, ਆ ਹੁਣ ਜਦੋਂ ਗਰਮੀਆਂ ਸ਼ੁਰੂ ਹੋਣਗੀਆਂ ਤਾਂ ਪੰਜਾਬੀ ਪੱਖੀ ਜਿਹੜੇ ਬਹੁਤ ਸਾਰੇ ਸਮਾਗਮ ਨੇ ਉਹ GTA ਦੇ ਇਲਾਕੇ ਵਿੱਚ ਹੋਣਗੇ, ਤੇ ਪੰਜਾਬੀ ਟੀਵੀ ਪੰਜਾਬੀ ਦੁਨੀਆ ਇਸ ਗੱਲ ਦਾ ਮਾਣ ਮਹਿਸੂਸ ਕਰਦਾ ਆ ਕਿ ਇਹ ਪੰਜਾਬੀ ਨੂੰ ਪ੍ਰਮੋਟ ਕਰਨ ਲਈ, ਪੰਜਾਬੀ ਲਿਟਰੇਚਰ ਨੂੰ, ਪੰਜਾਬੀ ਸਾਹਿਤ ਨੂੰ ਪ੍ਰਮੋਟ ਕਰਨ ਲਈ ਇਹ ਹਮੇਸ਼ਾ ਹੀ ਜਿਹੜਾ ਉਹ ਯਤਨਸ਼ੀਲ ਜੀ। ਵੈਸੇ ਆਪਾਂ ਇਸ ਵਾਰ ਕੋਸ਼ਿਸ਼ ਕਰਾਂਗੇ, ਜੇ ਪੋਸੀਬਲ ਸਾਡੇ ਕੋਲ ਹੋ ਸਕਿਆ, ਤੇ ਇਹ ਕਾਨਫਰੰਸਾਂ ਜਿਹੜੀਆਂ ਹੋਣੀਆਂ ਜਾਂ ਕਵੀ ਦਰਬਾਰ ਹੋਣੇ ਆ, ਉਹਨੂੰ ਲਾਈਵ ਜੇ ਆਪਾਂ ਕਰ ਸਕਦੇ ਹੋਏ ਕਿਸੇ ਤਰੀਕੇ ਨਾਲ, ਤੇ ਫਿਰ ਆਪਾਂ ਕਿਸੇ ਦੀਆਂ ਸੇਵਾਵਾਂ ਲਵਾਂਗੇ ਇੱਥੇ, ਤੇ ਉਸ ਤਰੀਕੇ ਨਾਲ ਕਰਾਂਗੇ। ਆਪਾਂ ਇਹਨੂੰ ਲਾਈਵ ਕਰਨ ਦਾ ਯਤਨ ਵੀ ਕਰਾਂਗੇ ਤਾਂ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਸੰਭਾਲੀਆਂ ਵੀ ਜਾਣ, ਤੇ ਸਮੇਂ-ਸਮੇਂ ਆਪਣੇ ਦਰਸ਼ਕਾਂ ਨਾਲ ਇਹਨਾਂ ਚੀਜ਼ਾਂ ਦੀ ਸਾਂਝ ਆਪਾਂ ਪਾਉਂਦੇ ਰਿਹਾ ਕਰੀਏ। ਇਹ ਬਹੁਤ ਵਧੀਆ ਤੁਹਾਡੀ ਜਿਹੜੀ ਆ ਉਹ ਪ੍ਰਪੋਜ਼ਲ ਆ ਜੀ, ਔਰ ਕੋਸ਼ਿਸ਼ ਕਰਾਂਗੇ ਕਿ ਇਹ ਸਿਰੇ ਚੜ੍ਹੇ, ਔਰ ਇੰਨੇ ਵਿਦਵਾਨ ਜਿੱਥੇ ਇਕੱਠੇ ਹੋਣ, ਉਹਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ, ਉਹਨਾਂ ਦੀ ਜਿਹੜੀ ਸ਼ਾਇਰੀ ਆ, ਉਹਨਾਂ ਦੇ ਜਿਹੜੇ ਪੇਪਰ ਨੇ, ਉਹਨਾਂ ਦੇ ਵਿਚਾਰ ਨੇ ਜਿਹੜੇ, ਉਹਨਾਂ ਨੂੰ ਅਸੀਂ ਰਿਕਾਰਡ ਕਰਕੇ ਤੇ ਆਪਣੇ ਦਰਸ਼ਕਾਂ ਤੱਕ ਪਹੁੰਚਾਉਂਦੇ ਰਿਹਾ ਕਰੀਏ। ਇਹ ਤੁਹਾਡਾ ਬਹੁਤ ਵਧੀਆ ਸੁਝਾਅ ਆ। ਬਿਲਕੁਲ। ਅੱਛਾ ਭਾਈ ਸਾਹਿਬ, ਦੂਜੀ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰ ਰਿਹਾ ਸੀਗਾ, ਉਹ ਸੀਗੀ ਜਿਹੜੀਆਂ ਫਲਾਈਟਸ ਨੇ, ਡਾਇਰੈਕਟ ਫਲਾਈਟਸ ਸਾਨੂੰ ਹਮੇਸ਼ਾ ਲੋੜ ਰਹਿੰਦੀ ਆ। ਟੋਰਾਂਟੋ, ਵੈਨਕੂਵਰ ਜਿਹੜੇ ਵੱਡੇ ਸਿਟੀ ਨੇ ਹੁਣ, ਜਿੱਥੇ ਸਾਡੀ ਵਸੋਂ ਬਹੁਤ ਜ਼ਿਆਦਾ ਆ, ਤੇ ਪੰਜਾਬ ਨਾਲ ਜੋੜਨ ਦੀ ਖਾਸ ਕਰਕੇ ਦਿੱਲੀ ਤੱਕ ਤੇ ਕਦੀ ਨਾ ਕਿਸੇ ਰੂਪ 'ਚ ਅਸੀਂ ਪਹੁੰਚ ਜਾਂਦੇ ਆ। ਪਰ ਜਿਹੜੀਆਂ ਸਾਡੇ ਪੰਜਾਬ ਦੇ ਵਿੱਚ ਬਣੇ ਹੋਏ ਏਅਰਪੋਰਟ ਨੇ, ਜਿਵੇਂ ਅੰਮ੍ਰਿਤਸਰ ਵਾਲਾ ਏਅਰਪੋਰਟ ਕਾਫੀ ਐਸਟੈਬਲਿਸ਼ ਹੈ, ਪੁਰਾਣਾ ਹੋ ਗਿਆ, ਹੁਣ ਤਾਂ ਉੱਥੇ ਹਰ ਤਰ੍ਹਾਂ ਦੀ ਫੈਸਿਲਿਟੀ ਮਿਲ ਜਾਂਦੀ ਆ। ਮੋਹਾਲੀ ਵਾਲਾ ਵੀ ਹੁਣ ਫੰਕਸ਼ਨਲ ਹੈ, ਤੇ ਉੱਥੋਂ ਦੀਆਂ ਫਲਾਈਟਸ ਵਾਸਤੇ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਨੇ। ਪਿਛਲੇ ਦਿਨ ਹੀ ਮੈਨੂੰ ਲੱਗਦਾ ਭਗਵੰਤ ਮਾਨ ਰਾਹੀਂ ਏਅਰ ਕੈਨੇਡਾ ਵਾਲਿਆਂ ਨਾਲ, ਜਾਂ ਜਿਹੜੀ ਕੌਂਸਲੇਟ ਹੈਗਾ ਉੱਥੇ ਆਪਣਾ ਕੈਨੇਡਾ ਦਾ, ਉਹਨਾਂ ਨਾਲ ਰਾਬਤਾ ਕੀਤਾ ਸੀ ਕਿ ਚੰਡੀਗੜ੍ਹ ਤੋਂ ਟੋਰਾਂਟੋ ਤੇ ਵੈਨਕੂਵਰ ਲਈ ਡਾਇਰੈਕਟ ਫਲਾਈਟ ਹੋਣ। ਸੋ ਜਿਹੜੇ ਆਪਣੇ ਗਮਟਾਲਾ ਸਾਹਿਬ ਦਾ ਤੁਸੀਂ ਜ਼ਿਕਰ ਮੇਰੇ ਨਾਲ ਕਰ ਰਹੇ ਸੀਗੇ, ਉਹ ਲੰਬੇ ਸਮੇਂ ਤੋਂ ਇਸ ਕੰਮ ਲਈ ਸੰਘਰਸ਼ੀਲ ਨੇ ਕਿ ਪਤਾ ਨਹੀਂ ਕੀ ਕਾਰਨ ਆ ਕਿ ਅੰਮ੍ਰਿਤਸਰ ਵਾਲਾ ਏਅਰਪੋਰਟ ਜਿਹੜਾ ਆ ਉਹਨੂੰ ਕਿਤੇ ਨਾ ਕਿਤੇ ਅਣਗੌਲਿਆ ਕੀਤਾ ਜਾਂਦਾ ਹੈ, ਜਦੋਂ ਕਿ ਉੱਥੇ ਬੜੀਆਂ ਸਕਸੈਸਫੁਲ ਫਲਾਈਟ ਜਿਹੜੀਆਂ ਉਹ ਚੱਲਦੀਆਂ ਰਹੀਆਂ, ਚੱਲ ਸਕਦੀਆਂ ਨੇ। ਔਰ ਏਅਰਲਾਈਨਸ ਜਿਹੜੀਆਂ ਵੀ ਉੱਥੋਂ ਆਪਰੇਟ ਕਰਦੀਆਂ, ਉਹਨਾਂ ਨੂੰ ਕਦੀ ਵੀ ਇਦਾਂ ਨਹੀਂ ਹੋਇਆ ਕਿ ਉਹਨਾਂ ਦਾ ਜਹਾਜ਼ ਅੱਧਾ ਪਜੱਦਾ ਭਰਿਆ ਹੋਵੇ, ਫੁੱਲ ਜਹਾਜ਼ ਹੀ ਆਉਂਦੇ ਆ। ਫਿਰ ਪਤਾ ਨਹੀਂ ਕੀ ਕਾਰਨ ਆ ਕਿ ਇਹਦੇ 'ਚ ਕਿਤੇ ਨਾ ਕਿਤੇ ਰੁਕਾਵਟ ਪੈ ਜਾਂਦੀ ਆ। ਅਸਲ ਦੇ ਵਿੱਚ ਕਈ ਮਸਲੇ ਇਦਾਂ ਦੇ ਆ ਜਿਨ੍ਹਾਂ ਦੇ ਉੱਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ,
ਤੇ ਜਿਹੜੇ ਬਿਜ਼ਨਸ ਇੰਟਰਸਟ ਨੇ ਉਹ ਜ਼ਰੂਰ ਸਿਆਸਤਦਾਨਾਂ ਨੂੰ ਵੀ ਪ੍ਰਭਾਵਿਤ ਕਰ ਲੈਂਦੇ ਨੇ। ਜਿਵੇਂ ਅੰਮ੍ਰਿਤਸਰ ਦਾ 에ਅਰਪੋਰਟ ਹੈਗਾ, ਇਹ ਸਾਰੀ ਦੁਨੀਆ ਨੂੰ ਪਤਾ ਆ ਕਿ ਜਿਹੜਾ ਅੰਮ੍ਰਿਤਸਰ ਸ਼ਹਿਰ ਆ ਇਹ ਇੱਕ ਸਾਰੀ ਦੁਨੀਆ ਦੇ ਪੱਧਰ ਦਾ ਸ਼ਹਿਰ ਆ, ਔਰ ਇਹਦੇ ਵਿੱਚ ਸਿੱਖ ਧਰਮ ਦਾ ਜਿਹੜਾ ਕੇਂਦਰ ਆ, ਸਿੱਖ ਧਰਮ ਦਾ ਮੁੱਖ ਕੇਂਦਰ ਜਿਹੜਾ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਆ। ਔਰ ਇਸ ਕਰਕੇ ਦੁਨੀਆ ਭਰ ਦੇ ਜਿਹੜੇ ਲੋਕ ਨੇ ਉਹ ਭਾਵੇਂ ਸਿੱਧੀਆਂ ਫਲਾਈਟਾਂ ਨਹੀਂ ਵੀ ਜਾਂਦੀਆਂ ਤਾਂ ਵੀ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿਣ ਵਾਲੇ ਪ੍ਰਵਾਸੀ ਭਾਰਤੀ ਨੇ ਉਹ ਕਿਸੇ ਵੀ ਦੇਸ਼ ਵਿੱਚ ਰਹਿੰਦੇ ਹੋਣ ਤਾਂ ਉਹਨਾਂ ਨੇ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਜਾਣਾ ਹੀ ਹੁੰਦਾ ਆ। ਜਿਹੜੇ ਹਿੰਦੂ ਭਾਈਚਾਰੇ ਦੇ ਲੋਕ ਨੇ ਉਹ ਦੁਰਗਿਆਣਾ ਮੰਦਿਰ ਵੀ ਜਾਂਦੇ ਨੇ, ਔਰ ਸਿੱਖਾਂ ਦਾ ਜਿਹੜਾ ਇੱਕ ਧਾਰਮਿਕ ਕੇਂਦਰ ਹੋਣ ਕਰਕੇ ਇਹਦੀ ਇਤਿਹਾਸਕ ਮਹੱਤਤਾ ਬਹੁਤ ਜ਼ਿਆਦਾ ਆ। ਔਰ ਤੁਹਾਨੂੰ ਯਾਦ ਹੋਣਾ ਗਿੱਲ ਸਾਹਿਬ, ਤੁਸੀਂ ਅੰਮ੍ਰਿਤਸਰ ਜ਼ਿਲ੍ਹੇ ਨੂੰ ਨਾਲ ਸੰਬੰਧ ਰੱਖਦੇ ਹੋ, 1982 ਦੇ ਵਿੱਚ ਉੱਥੋਂ ਬਰਮਿੰਘਮ ਨੂੰ ਫਲਾਈਟ ਜਿਹੜੀ ਉਹ ਸ਼ੁਰੂ ਹੋਈ ਸੀਗੀ। ਲਿਖਿਆ ਹੁੰਦਾ ਸੀ ਬੱਲੇ ਬੱਲੇ ਬਰਮਿੰਘਮ। ਤੇ ਉਹ ਦੇਖੋ ਉਦੋਂ ਤੋਂ 1982 ਤੋਂ ਇਹ ਇੰਟਰਨੈਸ਼ਨਲ ਲੈਵਲ ਦਾ ਜਿਹੜਾ ਹੈ, ਇੰਟਰਨੈਸ਼ਨਲ ਪੱਧਰ ਦਾ 에ਅਰਪੋਰਟ ਆ। ਤੇ ਇਹਦੇ ਵਿੱਚ ਅੰਮ੍ਰਿਤਸਰ ਟੋਰਾਂਟੋ 에ਅਰ ਇੰਡੀਆ ਦੀ ਫਲਾਈਟ ਚੱਲਦੀ ਰਹੀ ਆ। ਉਹ ਭਾਵੇਂ ਡਾਇਰੈਕਟ ਸੀਗੀ, ਉਹ ਪਹਿਲਾਂ ਦਿੱਲੀ ਜਾਂਦੀ ਸੀਗੀ, ਦਿੱਲੀੋਂ ਫਿਰ ਟੋਰਾਂਟੋ ਆਉਂਦੀ ਸੀਗੀ। ਟੋਰਾਂਟੋ ਤੋਂ ਜਾਂਦੀ ਵਾਰੀ ਵੀ ਉਹ ਪਹਿਲਾਂ ਅੰਮ੍ਰਿਤਸਰ ਦੇ ਉੱਤੋਂ ਦੀ ਲੰਘ ਕੇ ਦਿੱਲੀ ਜਾਂਦੀ ਸੀਗੀ, ਤੇ ਦਿੱਲੀੋਂ ਫਿਰ ਜਿਹੜੇ ਪੈਸੇਂਜਰ ਆ ਉਹਨਾਂ ਨੂੰ ਜਿਹੜੀ ਕਨੈਕਟਿੰਗ ਫਲਾਈਟ ਜਾਂ ਉਹੀ ਫਲਾਈਟ ਜਿਹੜੀ ਹੈਗੀ ਆ ਆਮ ਤੌਰ ਤੇ ਅੰਮ੍ਰਿਤਸਰ ਆਉਣਾ ਪੈਂਦਾ ਸੀਗਾ। ਸੋ ਅੱਜ ਜਿਹੜੀ ਮੀਟਿੰਗ ਦੀ ਮੈਂ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ ਹਾਂ ਗਿੱਲ ਸਾਹਿਬ, ਉਹ ਇਹ ਆ ਭਈ ਇਹ ਰੂਬੀ ਸਹੋਤਾ ਜਿਹੜੇ ਸਾਡੇ ਬਰੈਂਪਟਨ ਨਾਰਥ ਦੇ ਪਾਰਲੀਮੈਂਟ ਦੇ ਮੈਂਬਰ ਨੇ, ਉਹਨਾਂ ਦੀ ਪਹਿਲ ਕਦਮੀ ਤੇ ਹੋਈ ਸੀਗੀ। ਔਰ ਇਹਦੇ ਵਿੱਚ ਸਰਦਾਰ ਚਰਨਜੀਤ ਸਿੰਘ ਗੁਮਟਾਲਾ ਜਿਹੜੇ ਕਿ ਬੜੇ ਲੰਮੇ ਸਮੇਂ ਤੋਂ, ਪਿਛਲੀ ਸਦੀ ਤੋਂ ਹੀ ਅੰਮ੍ਰਿਤਸਰ ਦੀ ਡਿਵੈਲਪਮੈਂਟ ਵਾਸਤੇ ਤੇ ਖਾਸ ਕਰਕੇ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਅੰਤਰਰਾਸ਼ਟਰੀ ਫਲਾਈਟਾਂ ਆਉਣ ਇਹਦੇ ਸਬੰਧ ਦੇ ਵਿੱਚ ਬਹੁਤ ਯਤਨ ਕਰਦੇ ਰਹੇ ਨੇ। ਉਹਨਾਂ ਦਾ ਬੇਟਾ ਸਮੀਪ ਸਿੰਘ ਗੁਮਟਾਲਾ, ਉਹਨਾਂ ਨੇ ਕੇਸ ਪੇਸ਼ ਕੀਤਾ, ਉਹਨਾਂ ਨੇ ਪ੍ਰੈਜੈਂਟੇਸ਼ਨ ਕੀਤੀ ਜਿਹਦੇ ਵਿੱਚ ਉਹਨਾਂ ਨੇ ਬਾਖੂਬੀ ਇਹ ਦੱਸਿਆ ਭਈ ਅੰਮ੍ਰਿਤਸਰ ਡਾਇਰੈਕਟ 에ਅਰ ਕੈਨੇਡਾ ਦੀ ਜਿਹੜੀ ਫਲਾਈਟ ਆ ਉਹ ਜਾਣੀ ਚਾਹੀਦੀ ਆ। ਤੇ 에ਅਰ ਕੈਨੇਡਾ ਦੇ ਜਿਹੜੇ ਨੁਮਾਇੰਦੇ ਆ ਮਿਸਟਰ ਡੇਵਿਡ, ਉਹ ਉਸ ਮੀਟਿੰਗ ਦੇ ਵਿੱਚ ਸੀਗੇ। ਉਹਨਾਂ ਨਾਲ ਸਿੱਧੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਸਮੀਪ ਸਿੰਘ ਨੇ ਵੀ ਕੀਤੀਆਂ, ਤੇ ਆਪਣੇ ਜਿਹੜੇ ਰੂਬੀ ਸਹੋਤਾ ਆ ਉਹਨਾਂ ਨੇ ਵੀ ਇਹ ਇੰਟਰਮੀਡੀਏਟ ਦਾ ਰੋਲ ਨਿਭਾਇਆ। ਔਰ ਉਹਦੇ ਵਿੱਚ ਸਾਡੇ ਮੀਡੀਆ ਦੀਆਂ ਜਿਹੜੀਆਂ ਸ਼ਖਸੀਅਤਾਂ ਨੇ, ਜਿੱਦਾਂ ਪ੍ਰਵਾਸੀ ਮੀਡੀਆ ਦੇ ਰਜਿੰਦਰ ਸੈਣੀ ਸੀਗੇ ਇੱਥੋਂ, ਤੇ ਕੁਲਵਿੰਦਰ ਸਿੰਘ ਸ਼ੀਨਾ ਸੀਗੇ, ਗੁਰਰਤਨ ਸਿੰਘ, ਗੁਰਤਾਰਨ ਸਿੰਘ ਜਿਹੜੇ ਆ ਉਹ ਲੁਧਿਆਣਵੀ, ਉਹ ਵੀ ਸੀਗੇ, ਤੇ ਮੈਂ ਵੀ ਉਹਦੇ ਵਿੱਚ ਸ਼ਾਮਲ ਸੀਗਾ। ਵੈਨਕੂਵਰ ਤੋਂ ਥਿੰਦ ਸਾਹਿਬ ਹਰਜਿੰਦਰ ਥਿੰਦ ਸੀਗੇ। ਸੋ ਇਹਦੇ ਵਿੱਚ ਇਹ ਵਿਚਾਰ ਕੀਤਾ ਗਿਆ, ਜਿਹੜੀ ਸਮੀਪ ਸਿੰਘ ਗੁਮਟਾਲਾ ਦੀ ਪ੍ਰੈਜੈਂਟੇਸ਼ਨ ਸੀਗੀ ਉਹਦੇ ਵਿੱਚ ਵੀ, ਕਿ ਕਈ ਵਾਰੀ ਇਹ ਦਲੀਲ ਦਿੱਤੀ ਜਾਂਦੀ ਆ ਭਈ ਜੀ ਉੱਥੇ ਪੈਸੇਂਜਰ ਇਹਨੇ ਨਹੀਂ ਮਿਲਦੇ। ਇਹ ਵੀ ਸਮੀਪ ਸਿੰਘ ਨੇ ਸਾਬਤ ਕੀਤਾ ਵੀ ਇਹ ਗਲਤ ਆ। ਬਹੁਤ ਜਿਹੜੇ ਪ੍ਰਵਾਸੀ ਨੇ ਉਹ ਪੰਜਾਬ ਨਾਲ ਸੰਬੰਧਿਤ ਨੇ, ਔਰ ਹਰ ਪੰਜਾਬੀ ਜਿਹੜਾ ਆ ਉਹ ਅੰਮ੍ਰਿਤਸਰ ਦਰਬਾਰ ਸਾਹਿਬ ਜਾਣਾ ਚਾਹੁੰਦਾ ਆ, ਉੱਥੇ ਨਤਮਸਤਕ ਹੋਣਾ ਚਾਹੁੰਦਾ। ਅੰਮ੍ਰਿਤਸਰ 에ਅਰਪੋਰਟ ਜਿਹੜਾ ਹੈਗਾ ਉੱਥੋਂ ਸਿੱਧੀ ਫਲਾਈਟ ਜਿਹੜੀ ਆ ਉਹ ਟੋਰਾਂਟੋ ਤੋਂ ਹੋਵੇ 에ਅਰ ਕੈਨੇਡਾ ਦੀ ਜੀ। 4 ਵਟਾਂਦਰੇ ਤੋਂ ਬਾਅਦ ਇਹ ਵੀ ਉਹਨਾਂ ਨੇ ਸਮੀਪ ਸਿੰਘ ਹੁਣਾਂ ਨੇ ਜਿਹੜੀ ਉਹ ਗੱਲ ਸਪਸ਼ਟ ਕੀਤੀ ਵੀ ਜਿਹੜੀਆਂ ਐਗਜ਼ੈਕਟਿਵ ਕਲਾਸ ਦੀਆਂ ਸੀਟਾਂ ਦੀ ਗੱਲ ਕਰਦੇ ਆ ਖਾਲੀ ਜਾਂਦੀਆਂ, ਇਹ ਵੀ ਠੀਕ ਨਹੀਂ ਹੈ। ਪੰਜਾਬੀ ਜਿਹੜੇ ਆ ਉਹ ਬੜੇ ਸੌਖੇ ਵੀ ਨੇ, ਹੁਣ ਉਹ ਵੀ ਜਿਹੜੇ ਆ ਐਗਜ਼ੈਕਟਿਵ ਕਲਾਸ ਦੇ ਵਿੱਚ ਸਫ਼ਰ ਕਰਦੇ ਆ। ਸੋ ਇਦਾਂ ਕਰਕੇ ਜੀ ਇਹ ਤੱਤ ਕੱਢਿਆ ਗਿਆ ਕਿ ਬਈ ਜਿਹੜੀਆਂ ਕੁਝ ਤਾਕਤਾਂ ਨੇ, ਜਿੱਦਾਂ ਦਿੱਲੀ ਦੇ ਵਿੱਚ ਇੱਕ ਲੌਬੀ ਆ,
ਜੀ ਜੀ ਭਾਈ ਸਾਹਿਬ, ਮੈਨੂੰ ਲੱਗਦਾ ਫਿਰ ਤੁਹਾਡਾ ਰੁਕਾਵਟ, ਕੋਈ ਨਹੀਂ, ਕੰਟੀਨਿਊ ਕਰੋ ਤੁਸੀਂ, ਕੋਈ ਗੱਲ ਨਹੀਂ। ਹਾਂਜੀ ਹਾਂਜੀ। ਉਹ ਦਿੱਲੀ ਦਾ 에ਅਰਪੋਰਟ ਜੀ ਜਿਹੜਾ, ਉਹ ਜਿਹੜਾ ਟੈਕਸ ਆ ਉਹ ਪਰ ਪੈਸੰਜਰ 1300 ਰੁਪਈਆ ਲੈਂਦਾ ਆ, ਜਦੋਂ ਕਿ ਜਿਹੜਾ ਅੰਮ੍ਰਿਤਸਰ ਵਾਲਾ ਆ ਉਹਦਾ ਰੇਟ 600 ਰੁਪਈਆ ਆ। ਸੋ ਇਦਾਂ ਦੀਆਂ ਗੱਲਾਂ ਜਿਹੜੀਆਂ ਆ ਉਹ ਹੋਟਲਾਂ ਦੀ ਲੌਬੀ ਹੈਗੀ ਆ, ਜਿਹੜੇ ਪੰਜਾਬ ਤੋਂ ਲੋਕ ਲੈਣ ਜਾਂਦੇ ਨੇ ਜਾਂ ਛੱਡਣ ਜਾਂਦੇ ਨੇ, ਉਹ ਹੋਟਲਾਂ 'ਚ ਠਹਿਰਦੇ ਨੇ। ਸੌਰੀ, ਟਰਾਂਸਪੋਰਟਰ ਨੇ ਸਰ, ਟਰਾਂਸਪੋਰਟਰ ਨੇ, ਢਾਬਿਆਂ ਵਾਲੇ ਨੇ, ਬਹੁਤ ਸਾਰੇ ਲੋਕ ਨੇ ਜਿਹੜੇ ਨਹੀਂ ਚਾਹੁੰਦੇ ਕਿ ਅੰਮ੍ਰਿਤਸਰ 에ਅਰਪੋਰਟ ਜਿਹੜਾ ਆ। ਹਾਂਜੀ, ਸਾਰੇ ਜਿਹੜੇ ਬਹੁਤ ਪੰਜਾਬੀ ਜਿਹੜੇ ਆ ਜੀ, ਉਹ ਕਿਉਂਕਿ ਉੱਥੋਂ ਅੰਮ੍ਰਿਤਸਰ ਉਹਨਾਂ ਨੂੰ ਸੌਖਾ ਆ। ਇੱਕ ਹੋਰ ਵੀ ਗਿੱਲ ਸਾਹਿਬ ਨੁਕਤਾ ਆ ਕਿ ਸਾਡੇ ਲੋਕ ਜਿਹੜੇ ਆ ਪੰਜਾਬੀ ਖਾਸ ਕਰਕੇ, ਉਹ ਜਦੋਂ ਸਿੱਧੀਆਂ ਫਲਾਈਟਾਂ ਦੀ ਗੱਲ ਚੱਲਦੀ ਆ ਤੇ ਉਹ ਫਿਰ ਕਹਿਣ ਲੱਗ ਪੈਂਦੇ ਆ ਜੀ ਲੁਧਿਆਣੇ ਆਉਣੀ ਚਾਹੀਦੀ ਆ ਸਿੱਧੀ ਫਲਾਈਟ, ਮੋਹਾਲੀ ਆਉਣੀ ਚਾਹੀਦੀ ਆ, ਜਲੰਧਰ ਆਉਣੀ ਚਾਹੀਦੀ ਆ। ਅਸਲ ਦੇ ਵਿੱਚ ਗਿੱਲ ਸਾਹਿਬ ਇਹ ਆ ਵੀ ਪੰਜਾਬ ਦੇ ਵਿੱਚ ਜੇ ਕੋਈ ਅੰਤਰਰਾਸ਼ਟਰੀ ਪੱਧਰ ਦਾ ਹਵਾਈ ਅੱਡਾ ਆ ਤਾਂ ਉਹ ਅੰਮ੍ਰਿਤਸਰ ਆ ਜੀ। ਸਾਨੂੰ ਪੰਜਾਬੀਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਅਸੀਂ ਬਹੁਤਾ ਖਲਾਰਾ ਪਾਉਣ ਦੀ ਬਜਾਏ, ਹੁਣ ਤੁਸੀਂ ਦੇਖੋ ਵੀ ਦਿੱਲੀੋਂ ਉਤਰ ਕੇ ਤਾਂ ਸਾਨੂੰ ਚੰਡੀਗੜ੍ਹ, ਲੁਧਿਆਣੇ, ਜਲੰਧਰ, ਅੰਮ੍ਰਿਤਸਰ ਜਾਣਾ ਮਨਜ਼ੂਰ ਆ। ਤੇ ਬਸ ਮੈਂ ਗੱਲ ਕਰ ਰਿਹਾ ਸੀ ਕਿ ਅੰਮ੍ਰਿਤਸਰ ਇੱਕ ਸਰਬ ਸਾਂਝਾ ਸਥਾਨ ਹੈ ਸਾਡੇ ਸਮੁੱਚੇ ਪੰਜਾਬੀਆਂ ਦਾ, ਤੇ ਉੱਥੇ ਦਰਬਾਰ ਸਾਹਿਬ ਦੀ ਹੋਣ ਦੇ ਕਾਰਨ ਸਾਰੇ ਹੀ ਪੰਜਾਬੀ ਚਾਹੁੰਦੇ ਆ ਕਿ ਅਸੀਂ ਉੱਦਾਂ ਵੀ ਇੱਕ ਵਾਰੀ ਜਾ ਕੇ ਗੁਰੂ ਘਰ ਦਰਸ਼ਨ ਕਰਨੇ ਹੁੰਦੇ ਆ, ਤੇ ਜੇਕਰ ਇਹ ਫਲਾਈਟ ਦੀ ਫੈਸਿਲਿਟੀ ਮਿਲਦੀ ਆ ਤਾਂ ਇਹਦੇ ਨਾਲ ਲੋਕਾਂ ਨੂੰ ਹੋਰ ਉਤਸ਼ਾਹ ਮਿਲੇਗਾ, ਤੇ ਇਹ ਬਹੁਤ ਚੰਗੀ ਗੱਲ ਹੈ। ਪਰ ਜਿੱਥੋਂ ਤੱਕ ਪ੍ਰੋਫੈਸਰ ਮੈਂ ਸਮਝਦਾ ਹਾਂ, ਜਿਹੜੀਆਂ ਤਾਕਤਾਂ ਨਹੀਂ ਚਾਹੁੰਦੀਆਂ ਕਿ ਅੰਮ੍ਰਿਤਸਰ ਤੋਂ ਫਲਾਈਟ ਚਾਲੂ ਹੋਵੇ, ਜਿਵੇਂ ਆਪਾਂ ਜ਼ਿਕਰ ਕੀਤਾ, ਹੋਟਲਾਂ ਦੀ ਲੌਬੀ ਹੋ ਸਕਦੀ ਆ, ਢਾਬਿਆਂ ਵਾਲੇ ਹੋ ਸਕਦੇ ਆ, ਟਰਾਂਸਪੋਰਟਰ ਹੋ ਸਕਦੇ ਆ, ਪਰ ਜਿਹੜੀਆਂ 에ਅਰਲਾਈਨ ਨੇ ਉਹਨਾਂ ਨੂੰ ਤੇ ਨਜ਼ਰ ਆਉਂਦਾ ਹੋਏਗਾ ਨਾ ਜੀ ਕਿ ਜੇ ਉੱਥੋਂ ਅਸੀਂ ਸਿੱਧਾ ਕਰ ਲਈਏ ਤੇ ਸਾਨੂੰ ਕੋਈ ਖਰਚੇ ਵੀ ਘੱਟ ਪੈਣਗੇ ਤੇ ਉਹਦੇ ਨਾਲ ਆਪਣਾ ਪੈਸੇਂਜਰ ਵੀ ਜ਼ਿਆਦਾ ਮਿਲਣਗੇ। ਸ਼ੁਰੂਆਤੀ ਦੌਰ 'ਚ ਕਿਹਾ ਗਿਆ ਸੀ ਕਿ ਅੰਮ੍ਰਿਤਸਰ ਨੂੰ ਕੇਂਦਰ ਸਰਕਾਰ ਵੱਲੋਂ ਜਾਂ ਜਿਹੜੀ ਦਿੱਲੀ ਦੇ ਨਾਲ ਕੋਈ ਐਗਰੀਮੈਂਟ ਕੀਤਾ ਹੋਇਆ ਉਹਨੂੰ ਬਿਲਡ ਕਰਨ ਦਾ, ਕਿ ਅਸੀਂ ਹੱਬ ਦਿੱਲੀ ਰੱਖਾਂਗੇ, ਉੱਥੋਂ ਅੱਗੇ ਸਾਰੀਆਂ ਫਲਾਈਟ ਜਿਹੜੀਆਂ ਉਹ ਡਿਸਟ੍ਰੀਬਿਊਟ ਹੋਣਗੀਆਂ। ਇਹ ਇੱਕ ਵਜ੍ਹਾ ਸੀ, ਇਸ ਕਰਕੇ ਉਹਨਾਂ ਨੇ ਜਿਸ ਤਰ੍ਹਾਂ ਅੰਮ੍ਰਿਤਸਰ ਵਾਲਾ 에ਅਰਪੋਰਟ ਸੀ ਉਹਦਾ ਜਿਹੜਾ ਟੈਕਸ ਸੀਗਾ, ਜਿਹਨੂੰ 에ਅਰਪੋਰਟ ਟੈਕਸ ਕਹਿੰਦੇ ਆ, ਉਹ ਬਹੁਤ ਜ਼ਿਆਦਾ ਵਧਾਇਆ ਹੋਇਆ ਸੀਗਾ। ਤੇ ਅੱਜ ਤੁਹਾਨੂੰ ਉਹਨਾਂ ਨੇ, ਸਮੀਪ ਰਾ ਨੇ ਕੀ ਦੱਸਿਆ ਫਿਰ ਕਮਟਾਲਾ ਸਾਹਿਬ ਨੇ, ਕਿ ਉਹ ਤੁਸੀਂ ਕਹਿ ਰਹੇ ਹੋ ਕਿ ਪਰ ਪੈਸੇਂਜਰ ਟੈਕਸ ਵੀ ਘੱਟ ਹੈ ਉੱਥੇ? ਬਿਲਕੁਲ ਜੀ ਬਿਲਕੁਲ, ਉਹਨਾਂ ਨੇ, ਸਮੀਪ ਸਿੰਘ ਨੇ ਬੜੀ ਖੋਜ ਕੀਤੀ ਆ, ਉਹਨੇ ਸਾਰੀ ਖੋਜਬੀਨ ਕਰਕੇ ਤੇ ਫਿਰ ਹੀ ਆਪਣੀ ਜਿਹੜੀ ਆ ਉਹ ਪ੍ਰੈਜੈਂਟੇਸ਼ਨ ਕੀਤੀ ਸੀਗੀ। ਤੇ ਉਹਨਾਂ ਨੇ ਸਮੀਪ ਸਿੰਘ ਨੇ ਇਹ ਗੱਲ ਕਹੀ ਆ ਕਿ ਸਾਨੂੰ ਇਸ ਵੇਲੇ ਜਿਹੜਾ ਜ਼ੋਰ ਦੇਣਾ ਚਾਹੀਦਾ, ਉਹ ਜਦੋਂ ਇਹ ਖਲਾਰਾ ਪਾ ਲੈਂਦੇ ਆ ਤਾਂ ਫਿਰ ਸਾਡਾ ਜਿਹੜਾ ਫੋਕਸ ਹੈ ਉਹ ਰਹਿੰਦਾ ਨਹੀਂ ਹੈ। ਚਾਹੀਦਾ ਇਹ ਆ ਕਿ ਅਸੀਂ ਇਹ ਕਹੀਏ, ਉਹਨਾਂ ਨੇ ਇੱਕ ਉਦਾਹਰਨ ਦਿੱਤੀ ਸੀਗੀ ਕਿ ਜਦੋਂ ਗੁਜਰਾਲ ਸਾਹਿਬ ਪ੍ਰਾਈਮ ਮਿਨਿਸਟਰ ਸੀਗੇ ਤੇ ਉਦੋਂ ਚਰਨਜੀਤ ਸਿੰਘ ਗੁਮਟਾਲਾ ਤੇ ਇਹ ਸਮੀਪ ਸਿੰਘ ਕਿਤੇ ਦਿੱਲੀ ਗਏ ਸੀਗੇ, ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਪ੍ਰਾਈਮ ਮਿਨਿਸਟਰ ਨੂੰ ਮਿਲ ਪਈਏ। ਪ੍ਰਾਈਮ ਮਿਨਿਸਟਰ ਤਾਂ ਨਾ ਮਿਲ ਸਕੇ, ਪਰ ਇੱਕ ਮਿਸਟਰ CM ਅਬਰਾਹਮ ਜਿਹੜੇ ਆ ਉਹ ਆਫੀਸਰ ਸੀਗੇ, ਉਹ ਬੰਗਲੌਰ ਦੇ ਰਹਿਣ ਵਾਲੇ ਸੀਗੇ, ਤੇ ਉਹਨਾਂ ਨੇ ਜਦੋਂ ਗੱਲ ਕੀਤੀ ਅੰਮ੍ਰਿਤਸਰ 에ਅਰਪੋਰਟ ਬਣਾਉਣ ਦੀ, ਇੰਟਰਨੈਸ਼ਨਲ ਇਹਨੂੰ ਦਰਜਾ ਦੇਣ ਦੀ, ਤਾਂ ਅਬਰਾਹਮ ਨਾਲ ਜਦੋਂ ਗਾਲਾ ਸਾਹਿਬ ਨੇ ਕਿਹਾ ਬਈ ਇਹ ਦੇਖੋ ਕਿ ਸਾਡੇ ਨਾਲ ਕਈ ਵਾਰੀ ਪ੍ਰੋਮਿਸ ਹੁੰਦੇ ਆ ਪਰ ਉਹ ਪ੍ਰੋਮਿਸ ਪੂਰੇ ਨਹੀਂ ਹੁੰਦੇ, ਤੇ CM ਅਬਰਾਹਮ ਨੇ ਕਿਹਾ ਵੀ ਦੇਖੋ ਤੁਸੀਂ ਅੰਮ੍ਰਿਤਸਰੋਂ ਆਏ ਹੋ, ਉਹ ਗੁਰੂ ਕੀ ਨਗਰੀ ਆ, ਇੱਕ ਧਾਰਮਿਕ ਸ਼ਹਿਰ ਹੈਗਾ, ਇਤਿਹਾਸਕ ਸ਼ਹਿਰ ਹੈਗਾ, ਤੇ CM ਅਬਰਾਹਮ ਤੁਹਾਡੇ ਨਾਲ ਵਾਅਦਾ ਕਰਦਾ ਆ। ਉਹਨੇ ਅੰਗੂਠਾ ਰੱਖ ਕੇ ਉੱਤੇ ਪੇਪਰ ਦੇ ਉੱਤੇ ਤੇ ਕਿਹਾ ਵੀ ਦੇਖੋ ਆਹ ਮੈਂ ਵਾਅਦਾ ਤੁਹਾਡੇ ਨਾਲ ਕਰ ਰਿਹਾ ਆ। ਤੇ ਉਹ CM ਅਬਰਾਹਮ ਨੇ ਜਿਹੜੀ ਉਹ ਲੈਟਰ ਸੀਗੀ ਉਹ ਮਾਰਕ ਕੀਤੀ, ਤੇ ਉਹ ਮਾਰਕ ਕੀਤੀ ਹੋਈ ਜਿਹੜੀ ਆ ਉਹ ਗਵਰਨਮੈਂਟਾਂ ਕੋਲ ਘੁੰਮਦੀ ਫਿਰਦੀ ਰਹੀ, ਤੇ ਉਹਦੇ ਨਾਲ ਅੰਮ੍ਰਿਤਸਰ ਨੂੰ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਦਰਜਾ ਜਿਹੜਾ ਉਹ ਮਿਲ ਗਿਆ। ਸੋ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀਗਾ ਕਿ ਅਸੀਂ ਸਾਰੇ ਰਲ ਕੇ ਕੋਸ਼ਿਸ਼ਾਂ ਕਰੀਏ, ਤੇ ਪਹਿਲਾਂ ਜਿਹੜਾ ਹੋ ਸਕਦਾ ਕੰਮ ਆ, ਜਿਹੜਾ ਮਤਲਬ ਅਚੀਵੇਬਲ ਜਿਹੜੀ ਮੰਗ ਹੁੰਦੀ ਆ ਉਹ ਪਹਿਲਾਂ ਮੰਗਣੀ ਚਾਹੀਦੀ ਆ। ਕਿ ਇਸ ਵੇਲੇ
ਅੰਮ੍ਰਿਤਸਰ ਇੱਕ ਤਾਂ ਇਤਿਹਾਸਕ ਸ਼ਹਿਰ ਆ, ਦੂਜਾ ਅੰਤਰਰਾਸ਼ਟਰੀ ਪੱਧਰ ਦਾ ਉਹਦੇ ਕੋਲ ਇਨਫਰਾਸਟ੍ਰਕਚਰ ਵੀ ਹੈਗਾ। ਤੇ ਸਾਨੂੰ ਪੰਜਾਬੀਆਂ ਨੂੰ ਭਾਵੇਂ ਜਿੰਨੇ ਮਰਜ਼ੀ ਹਵਾਈ ਅੱਡੇ ਪੰਜਾਬ 'ਚ ਬਣਾ ਲਈਏ, ਉੱਥੋਂ ਦੀ ਮੰਗ ਕਰ ਲਈਏ, ਉਹ ਬਾਅਦ 'ਚ ਕਰਨੀ ਚਾਹੀਦੀ ਆ। ਸਭ ਤੋਂ ਪਹਿਲਾਂ ਇਹ ਕਰਨਾ ਚਾਹੀਦਾ ਆ ਭਈ ਜਿਹੜਾ ਵਾਇਬਲ ਆ, ਜਿਹਦੇ ਕੋਲ ਇਨਫਰਾਸਟ੍ਰਕਚਰ ਵੀ ਆ, ਉਹ ਅੰਮ੍ਰਿਤਸਰ ਦਾ ਇੰਟਰਨੈਸ਼ਨਲ ਹਵਾਈ ਅੱਡਾ ਆ। ਤੇ ਇਹਨੂੰ ਇਹ ਲਾਲਚ ਕਰਨ ਦੀ ਬਜਾਏ ਵੀ ਲੁਧਿਆਣੇ ਵਾਲੇ ਲੁਧਿਆਣਾ ਮੰਗਣ ਲੱਗ ਪੈਣ, ਚੰਡੀਗੜ੍ਹ ਵਾਲੇ ਚੰਡੀਗੜ੍ਹ ਮੰਗਣ ਲੱਗ ਪੈਣ, ਜਲੰਧਰ ਵਾਲੇ ਜਲੰਧਰ ਮੰਗਣ ਲੱਗ ਪੈਣ, ਇਹਦੀ ਬਜਾਏ ਕਿਉਂਕਿ ਅੰਮ੍ਰਿਤਸਰ ਧਾਰਮਿਕ ਤੇ ਇਤਿਹਾਸ ਸਥਾਨ ਵੀ ਆ, ਨਾਲ ਦੀ ਨਾਲ ਪੰਜਾਬ ਤੋਂ ਅਪਰੋਚੇਬਲ ਆ। ਮਤਲਬ ਕਿ ਇਹਨੇ ਭਾਵੇਂ ਰਾਜਪੁਰੇ ਤੋਂ ਆਉਣਾ ਹੋਵੇ, ਭਾਵੇਂ ਸੰਗਰੂਰ ਤੋਂ ਆਉਣਾ ਹੋਵੇ, ਭਾਵੇਂ ਬਠਿੰਡੇ ਤੋਂ, ਤੇ ਅੰਮ੍ਰਿਤਸਰ ਜਿਹੜਾ ਉਹ ਲਗਭਗ ਸਾਰਿਆਂ ਨੂੰ ਅਪਰੋਚੇਬਲ ਵੀ ਆ। ਤੇ ਦੂਜਾ ਇਹ ਸਹੂਲਤ ਵੀ ਆ ਕਿ ਜਿਹੜੇ ਜਾਂਦੇ ਆ ਜਾਣਸਾਰ ਵੀ ਉਹ ਅੰਮ੍ਰਿਤਸਰ ਦਰਬਾਰ ਸਾਹਿਬ ਨਤਮਸਤਕ ਹੋ ਸਕਦੇ ਨੇ, ਤੇ ਆਉਣ ਤੋਂ ਪਹਿਲਾਂ ਵੀ ਆਪਣੇ ਜਾ ਕੇ ਉੱਥੇ ਦਰਬਾਰ ਸਾਹਿਬ ਨਤਮਸਤਕ ਹੋ ਸਕਦੇ ਨੇ। ਜਿਹੜੇ ਹਿੰਦੂ ਭਾਈਚਾਰੇ ਦੇ ਲੋਕ ਨੇ ਉਹ ਦੁਰਗਿਆਣਾ ਮੰਦਿਰ ਵੀ ਜਾ ਸਕਦੇ ਨੇ। ਸੋ ਇਸ ਕਰਕੇ ਅੰਮ੍ਰਿਤਸਰ ਦਾ ਕੇਸ ਆ ਜਿਹੜਾ ਉਹ ਬਹੁਤ ਮਜ਼ਬੂਤ ਆ, ਤੇ ਸਾਨੂੰ ਪੰਜਾਬੀਆਂ ਨੂੰ ਇਸ ਗੱਲ ਤੇ ਜ਼ੋਰ ਦੇਣਾ ਚਾਹੀਦਾ, ਇਸ ਗੱਲ ਤੇ ਕੰਸੈਂਟਰੇਸ਼ਨ ਕਰਨੀ ਚਾਹੀਦੀ ਆ। ਤੇ ਹੁਣ ਕਿਉਂਕਿ ਜਿਹੜੀਆਂ ਲੌਬੀਆਂ ਦੀ ਅਸੀਂ ਗੱਲ ਕੀਤੀ ਆ, ਉਹ ਵੀ ਸਰਗਰਮ ਹੋਣਗੀਆਂ ਜ਼ਰੂਰ, ਪਰ ਜਿੱਦਾਂ 에ਅਰਲਾਈਨਾਂ ਦੀ ਗੱਲ ਆ, ਹੁਣ ਕੈਨੇਡਾ ਔਰ ਇਹਦੀ ਕੋਸ਼ਿਸ਼ ਹੁੰਦੀ ਰਹਿਣੀ ਚਾਹੀਦੀ ਆ। ਰੂਬੀ ਸਹੋਤਾ ਜਿਹੜੇ ਸਾਡੇ ਬਰੈਂਪਟਨ ਨਾਰਥ ਦੇ ਪਾਰਲੀਮੈਂਟ ਦੇ ਮੈਂਬਰ ਨੇ, ਉਹਨਾਂ ਨੇ ਇਹ ਮੀਟਿੰਗ ਦਾ ਪ੍ਰਬੰਧ ਕੀਤਾ ਸੀਗਾ। ਅਗਲੀ ਮੀਟਿੰਗ ਗਿੱਲ ਸਾਹਿਬ ਇਸ ਤਰੀਕੇ ਨਾਲ ਪਲਾਨ ਕੀਤੀ ਜਾਏਗੀ ਕਿ ਜਿਹਦੇ ਵਿੱਚ ਮੀਡੀਆ ਵਾਲੇ ਵੀ ਹੋਰ ਸ਼ਾਮਲ ਹੋ ਸਕਣ, ਹੋਰ ਵੀ ਜਿਹੜੀਆਂ ਸੰਬੰਧਿਤ ਧਿਰਾਂ ਆ ਉਹ ਵੀ ਸ਼ਾਮਲ ਹੋ ਸਕਣ। ਮਤਲਬ ਕਹਿਣ ਦਾ ਇਹ ਆ ਕਿ ਅੱਜ ਦੀ ਮੀਟਿੰਗ ਬੜੀ ਸਾਰਥਕ ਸੀਗੀ, ਜਿਹਦੇ ਵਿੱਚ ਮੀਡੀਆ ਦੇ ਲੋਕ ਵੀ ਸੀਗੇ, 에ਅਰ ਕੈਨੇਡਾ ਦੇ ਨੁਮਾਇੰਦੇ ਵੀ ਸੀਗੇ, ਜਿਹੜੇ ਬੜੀ ਦੇਰ ਤੋਂ ਕੋਸ਼ਿਸ਼ ਕਰ ਰਹੇ ਨੇ। ਅੰਮ੍ਰਿਤਸਰ ਫਲਾਈਂਗ ਇਨੀਸ਼ੀਏਟਿਵ ਵਾਲੇ ਚਰਨਜੀਤ ਗੁਮਟਾਲਾ ਦੇ ਪੁੱਤਰ ਸਮੀਪ ਸਿੰਘ, ਇਹ ਸਾਰੇ ਜਿਹੜੇ ਆ ਉਹ ਇਕੱਠੇ ਹੋਏ ਸੀਗੇ, ਔਰ ਗਾਂ ਉਹਨਾਂ ਦਾ ਇਹ ਸੁਝਾਅ ਹੈਗਾ ਕਿ ਅਸੀਂ ਸਾਰੇ ਸਿਰ ਜੋੜ ਕੇ ਇਸ ਸਮੱਸਿਆ ਨੂੰ, ਇਸ ਇਨੀਸ਼ੀਏਟਿਵ ਨੂੰ ਅੱਗੇ ਵਧਾਈਏ, ਤਾਂ ਕਿ 에ਅਰ ਕੈਨੇਡਾ ਦੀ ਆਪਣੇ ਟੋਰਾਂਟੋ ਤੋਂ ਅੰਮ੍ਰਿਤਸਰ ਜਿਹੜੀ ਆ ਉਹ ਸਿੱਧੀ ਫਲਾਈਟ ਸ਼ੁਰੂ ਹੋ ਸਕੇ। ਸੋ ਇਹ ਬੜੀ ਵਧੀਆ ਮੈਂ ਸਮਝਣਾ ਵੀ ਇੱਕ ਮੀਟਿੰਗ ਜਿਹੜੀ ਆ ਉਹ ਬੜੀ ਸਾਰਥਕ ਮੀਟਿੰਗ ਹੋਈ ਹੈ ਜੀ। ਸਰ ਜਿਹੜੇ 에ਅਰ ਕੈਨੇਡਾ ਦੇ ਰਿਪਰੈਜ਼ੈਂਟੇਟਿਵ ਸੀ ਮਿਸਟਰ ਡੇਵਿਡ, ਉਹਨਾਂ ਨੇ ਕੋਈ ਭਰੋਸਾ ਦਿੱਤਾ ਜੀ ਇਸ ਗੱਲ ਬਾਰੇ, ਜਾਂ ਉਹਨਾਂ ਨੇ ਅਜੇ ਕੀ ਕਿਹਾ? ਉਹਨਾਂ ਦਾ ਕੀ ਸੀਗਾ ਇਹਦੇ ਬਾਰੇ ਵਿਚਾਰ? ਉਹਨਾਂ ਨੇ ਜਿਹੜੀ ਮੀਟਿੰਗ ਆ ਉਹਦੇ ਵਿੱਚ ਆਪਣੇ ਪੱਖ ਵੀ ਪੇਸ਼ ਕੀਤਾ। ਹਾਲ ਦੀ ਘੜੀ ਅਜੇ ਯੂਕਰੇਨ ਦੇ ਯੁੱਧ ਦੀ ਵੀ ਗੱਲ ਕੀਤੀ ਸੀਗੀ, ਤੇ ਯੁੱਧ ਤਾਂ ਕੋਈ ਸਥਾਈ ਨਹੀਂ ਹੈ, ਤਾਂ ਅਲਟੀਮੇਟਲੀ ਹਟਣਾ ਹੀ ਆ। ਪਰ ਅਜੇ ਉਹਨਾਂ ਕੋਲ ਕੇਸ ਹੀ ਪੇਸ਼ ਕੀਤਾ ਗਿਆ ਆ, ਉਹਨਾਂ ਨੇ ਕੋਈ ਨਾ ਵੀ ਨਹੀਂ ਕੀਤੇ। ਹਾਂ ਤੀ ਉਹਨਾਂ ਨੂੰ ਜਿਹੜੇ ਐਸਪੈਕਟ ਦੱਸੇ ਗਏ ਆ, ਉਹਨਾਂ ਨੂੰ ਇੱਕ ਤਰੀਕੇ ਨਾਲ ਉਹਨਾਂ ਨੇ ਸਵੀਕਾਰ ਕੀਤਾ ਆ ਕਿ ਜਿਹੜਾ ਤੁਹਾਡਾ ਪੱਖ ਹੈਗਾ, ਜਿਹੜਾ ਤੁਹਾਡਾ ਕੇਸ ਆ, ਇਹ ਮਜ਼ਬੂਤ ਆ। ਸਾਹਿਬ ਜਿਹੜਾ ਇਹ ਆਪਾਂ ਜ਼ੂਮ ਮੀਟਿੰਗ ਤੇ ਕਰ ਲੈਂਦੇ ਆ, ਇਹ ਗੱਲ ਆਈ ਗਈ ਹੋ ਜਾਂਦੀ ਆ ਕਿ ਕੋਈ ਇਸ ਤਰ੍ਹਾਂ ਦੀ ਰਿਟਨ ਜਿਹੜੀ ਆ ਐਪਲੀਕੇਸ਼ਨ ਟਾਈਪ ਜਾਂ ਕੋਈ ਮੈਮੋਰੈਂਡਮ ਵਗੈਰਾ ਰਿਟਨ ਜਿਹੜਾ ਉਹ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵਾਲਿਆਂ ਵੱਲੋਂ ਕੋਈ ਭੇਜਿਆ ਗਿਆ 에ਅਰ ਕੈਨੇਡਾ ਨੂੰ ਜਾਂ ਨਹੀਂ? ਉਹ ਤਾਂ ਲਗਾਤਾਰ ਭੇਜ ਰਹੇ ਆ ਜੀ। ਇਹਦੇ 'ਚ ਹੁਣ ਕੋਸ਼ਿਸ਼ ਇਹ ਕੀਤੀ ਗਈ ਆ ਕਿ ਗਵਰਨਮੈਂਟ ਦੇ ਪੱਧਰ ਉੱਤੇ ਵੀ ਕੋਸ਼ਿਸ਼ ਕੀਤੀ ਜਾਵੇ, ਜਿਹਦੇ ਵਿੱਚ ਰੂਬੀ ਸਹੋਤਾ ਪਾਰਲੀਮੈਂਟ ਦੇ ਮੈਂਬਰ ਨੇ, ਉਹ ਵੀ ਆਪਣੇ ਜਿਹੜਾ ਟਰਾਂਸਪੋਰਟ ਮਿਨਿਸਟਰ ਆ ਉਹਨਾਂ ਨਾਲ, ਜਿਹੜੇ ਹੋਰ ਸੰਬੰਧਿਤ ਮਹਿਕਮੇ ਨੇ, ਅਧਿਕਾਰੀ ਨੇ, ਉਹਨਾਂ ਨਾਲ ਉਹਨਾਂ ਨੇ ਗੱਲ ਕੀਤੀ ਵੀ ਆ, ਔਰ ਕਹਿੰਦੇ ਵੀ ਹੋਰ ਗਾਂਹ ਵੀ ਜ਼ੋਰ ਦੇ ਕੇ ਗੱਲ ਕਰਨਗੇ। ਵੈਸੇ ਪੰਜਾਬ ਦੀਆਂ ਦੋ ਚਾਰ ਖਬਰਾਂ ਦੇ ਉੱਤੇ ਤੁਹਾਡਾ ਅੱਜ ਓਪੀਨੀਅਨ ਲੈਣਾ ਆ। ਪਹਿਲੀ ਖਬਰ ਤਾਂ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਉਹ ਇਹ ਆ ਕਿ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ, ਐਜੂਕੇਸ਼ਨ ਮਿਨਿਸਟਰ ਤੇ ਹੈਲਥ ਮਿਨਿਸਟਰ ਦਿੱਲੀ ਗਏ ਸੀ, ਤੇ ਇੱਕ ਨੌਲੇਜ ਸ਼ੇਅਰ ਐਗਰੀਮੈਂਟ ਹੋਇਆ ਸੀਗਾ, ਜਿਹਨੂੰ ਲੈ ਕੇ ਬੜਾ ਹੋ ਹੱਲਾ ਹੋਇਆ ਆਪੋਜੀਸ਼ਨ ਵੱਲੋਂ। ਇੰਨੀ ਵੱਡੀ ਗੱਲ ਹੈ ਨਹੀਂ ਸੀ ਜਿੰਨੀ ਵੱਡੀ ਗੱਲ ਬਣਾਉਣ ਦੀ, ਸਿਆਸੀ ਗੱਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਤੇ ਉਸੇ ਜਿਹੜੀ ਮੀਟਿੰਗ ਹੋਈ ਸੀ ਉਹਨੂੰ ਅੱਗੇ ਤੋਰਦਿਆਂ ਭਗਵੰਤ ਮਾਨ ਨੇ
7 ਮਈ ਨੂੰ ਪੰਜਾਬ ਦੇ ਸਾਰੇ ਹੀ ਜਿਹੜੇ ਮੁਖੀ ਨੇ ਸਕੂਲਾਂ ਦੇ ਤੇ ਜਿਹੜੇ ਸਿੱਖਿਆ ਖੇਤਰ 'ਚ ਹੋਰ ਆਪਣੇ ਜਿੱਦਾਂ ਆਪਾਂ ਕਹਿ ਸਕਦੇ ਹਾਂ ਡੀਓ ਨੇ, ਬਲਾਕ ਐਜੂਕੇਸ਼ਨ ਅਫਸਰ ਨੇ, ਉਹਨਾਂ ਸਭ ਨੂੰ ਜਿਹੜਾ ਇੱਕ ਮੀਟਿੰਗ 'ਚ ਸੱਦਿਆ ਤੇ ਨਾਲ ਸਖਤੀ ਨਾਲ ਕਿਹਾ ਗਿਆ ਕਿ ਕੋਈ ਵੀ ਵਿਅਕਤੀ ਇਹਨਾਂ ਦਿਨਾਂ 'ਚ ਛੁੱਟੀ ਨਹੀਂ ਲੈ ਸਕਦਾ। ਜੇਕਰ ਛੁੱਟੀ ਲੈਣੀ ਆ ਤੇ ਫਿਰ ਉਹਦੀ ਪ੍ਰਵਾਨਗੀ ਜਿਹੜਾ ਚੀਫ ਸੈਕਟਰੀ ਆ ਐਜੂਕੇਸ਼ਨ ਦਾ ਉਹਦੇ ਕੋਲੋਂ ਲੈ ਸਕਦੇ ਆ, ਕੋਈ ਬਹਾਨੇਬਾਜ਼ੀ ਨਹੀਂ ਹੋਏਗੀ। ਤੇ ਇਸ ਮੀਟਿੰਗ ਦੇ ਵਿੱਚ ਸਕੂਲ ਦੀ ਜਿਹੜੀ ਸਿੱਖਿਆ ਆ ਉਹਨੂੰ ਦਿੱਲੀ ਵਾਲੇ ਮਾਡਲ ਤੇ ਲਿਆਉਣ ਲਈ ਆਪਣੇ ਐਜੂਕੇਸ਼ਨ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਣਾ ਆ। ਤੇ ਉਹ ਇਸ ਖਬਰ ਨੂੰ ਇੱਕ ਸ਼ੁਭ ਸ਼ਗਨ ਵਜੋਂ ਲੈਣਾ ਚਾਹੀਦਾ ਆ ਕਿ ਭਗਵੰਤ ਸਿੰਘ ਮਾਨ ਹੋਰਾਂ ਦੀ ਸਰਕਾਰ ਲਗਾਤਾਰ ਐਫਰਟ ਕਰ ਰਹੀ ਆ, ਜਿਹੜੇ ਉਹਨਾਂ ਵਾਅਦੇ ਕੀਤੇ ਆ ਉਹਨਾਂ ਦੀ ਪੂਰਤੀ ਲਈ। ਇੱਦਾਂ ਨਹੀਂ ਕਿ ਇੰਨੀ ਮੰਦੀ ਆਰਥਿਕ ਹਾਲਤ ਦੇ ਬਾਵਜੂਦ ਉਹਨਾਂ ਕੋਲ ਇਸ ਤਰ੍ਹਾਂ ਦਾ ਕੋਈ ਬਹਾਨਾ ਨਹੀਂ ਉਹਨਾਂ ਅਜੇ ਤੱਕ ਲਾਇਆ ਕਿ ਪਿਛਲੀ ਸਰਕਾਰ ਖਜ਼ਾਨਾ ਖਾਲੀ ਛੱਡ ਗਈ ਆ ਜੀ, ਅਸੀਂ ਕੁਝ ਕਰ ਨਹੀਂ ਸਕਦੇ। ਜਿਹੜੀ ਰਵਾਇਤ ਰਹੀ ਆ ਪੰਜਾਬ 'ਚ ਜਿਹੜੀਆਂ ਰਵਾਇਤੀ ਪਾਰਟੀਆਂ ਉਹਨਾਂ ਦੀ, ਇਹ ਭਗਵੰਤ ਮਾਨ ਦੀ ਸਰਕਾਰ ਦਾ ਬੜਾ ਹਾਂਦਰੂ ਪੱਖ ਹੈਗਾ ਕਿ ਉਹਨਾਂ ਨੇ ਕਿਸੇ ਵੇਲੇ ਵੀ ਕੋਈ ਗੱਲ ਕਰਦਿਆਂ ਵੀ ਇਹ ਗੱਲ ਨਹੀਂ ਕਹੀ ਕਿ ਖਜ਼ਾਨਾ ਖਾਲੀ ਆ, ਜਿਹੜਾ ਕਿ ਇੱਕ ਮੁਹਾਵਰਾ ਹੀ ਬਣ ਗਿਆ ਸੀਗਾ ਪਿਛਲੀਆਂ ਸਰਕਾਰਾਂ ਦਾ। ਖਾਸ ਕਰਕੇ ਜਿਹੜੀ ਹੁਣ ਗਈ ਆ ਕਾਂਗਰਸ ਸਰਕਾਰ, ਉਹਦੇ ਖਜ਼ਾਨਾ ਮੰਤਰੀ ਦਾ ਤੇ ਨਾਂ ਹੀ ਲੋਕਾਂ ਨੇ ਖਾਲੀ ਖਜ਼ਾਨਾ ਮੰਤਰੀ ਰੱਖ ਛੱਡਿਆ ਸੀਗਾ। ਪੀਪਾ ਮੰਤਰੀ ਵੀ ਕਹਿੰਦੇ ਸੀ ਜੀ। ਹਾਂਜੀ, ਖਾਲੀ ਪੀਪਾ ਮੰਤਰੀ ਵੀ ਕਹਿੰਦੇ ਸੀ, ਖਾਲੀ ਪੀਪਾ ਮੰਤਰੀ ਵੀ ਕਹਿੰਦੇ ਸੀਗੇ। ਤੇ ਉਹਨਾਂ ਨੇ ਲੋਕਾਂ ਨੇ ਇਹ ਵੀ ਕਿਹਾ ਸੀਗਾ ਕਿ ਤੂੰ ਖਾਲੀ ਖਜ਼ਾਨਾ ਕਹਿਣਾ ਤੇ ਤੈਨੂੰ ਵੀ ਵੋਟਾਂ ਦੇ ਵਿੱਚ ਖਾਲੀ ਹੱਥ ਹੀ ਭੇਜਾਂਗੇ ਜੀ। ਉਹ ਵੀ ਉਹਨਾਂ ਨੇ ਖਾਲੀ ਹੱਥ ਭੇਜਿਆ। ਜਿਹੜਾ ਢਾਂਚੇ ਦੀ ਗੱਲ ਹੈ ਗਿੱਲ ਸਾਹਿਬ, ਪੰਜਾਬ ਦੇ ਐਜੂਕੇਸ਼ਨ ਦੇ ਢਾਂਚੇ ਦੀ, ਪੰਜਾਬ ਦਾ ਸਿੱਖਿਆ ਢਾਂਚਾ ਜਿਹੜਾ ਉਹ ਪਹਿਲਾਂ ਹੀ ਬੜਾ ਮਜ਼ਬੂਤ ਰਿਹਾ ਹੈਗਾ ਔਰ ਹੁਣ ਵੀ ਮਜ਼ਬੂਤ ਆ। ਉਹਦੇ ਵਿੱਚ ਘਾਟ ਜਿਹੜੀ ਆਈ ਆ ਉਹ ਇਹ ਆ ਭਈ ਪਿਛਲੀਆਂ ਸਰਕਾਰਾਂ ਨੇ ਜਾਣ ਬੁੱਝ ਕੇ ਐਜੂਕੇਸ਼ਨ ਦੀ, ਸਿੱਖਿਆ ਦੀ ਜਿਹੜਾ ਪ੍ਰਾਈਵੇਟਾਈਜੇਸ਼ਨ ਹੈਗਾ, ਇਹਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ ਦਾ ਜਿਹੜਾ ਅਮਲ ਸ਼ੁਰੂ ਕਰ ਦਿੱਤਾ। ਉਹਦੇ ਕਰਕੇ ਜਿਹੜੀ ਐਜੂਕੇਸ਼ਨ ਆ ਪੰਜਾਬ ਦੀ, ਸਿੱਖਿਆ ਜਿਹੜੀ ਆ ਉਹ ਪਿੱਛੇ ਗਈ ਆ। ਤੁਸੀਂ ਆਪ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹੇ ਹੋ, ਮੈਂ ਵੀ ਸਰਕਾਰੀ ਸਕੂਲਾਂ 'ਚ ਪੜ੍ਹਿਆ ਆ। ਤੇ ਉਹਦੇ ਵਿੱਚ ਜਿਹੜੇ ਅਧਿਆਪਕ ਆ ਪੂਰੇ ਹੁੰਦੇ ਸੀਗੇ ਔਰ ਪੂਰਾ ਉਹ ਤਨਦੇਹੀ ਨਾਲ ਕੰਮ ਕਰਦੇ ਸੀਗੇ। ਮੈਨੂੰ ਯਾਦ ਆ ਜੀ, ਮੈਂ ਜਦੋਂ 8ਵੀਂ ਜਮਾਤ ਦਾ ਇਮਤਿਹਾਨ ਦੇਣਾ ਸੀਗਾ ਤੇ ਸਾਡੇ ਸਕੂਲ ਦੇ ਅਧਿਆਪਕ ਜਿਹੜੇ ਆ ਉਹ ਵਿਦਿਆਰਥੀਆਂ ਨੂੰ ਰਾਤ ਵੀ ਸਕੂਲ ਦੇ ਵਿੱਚ ਰੱਖਦੇ ਸੀਗੇ। ਔਰ ਜਿਹੜੇ ਸਕੂਲ 'ਚ ਮੈਂ ਪੜ੍ਹਿਆ ਉੱਥੇ ਉਦੋਂ ਬਿਜਲੀ ਹੈ ਨਹੀਂ ਸੀਗੀ ਤੇ ਰਾਤ ਨੂੰ ਜਿਹੜੇ ਵੱਡੇ ਵੱਡੇ ਗੈਸ, ਉਹਨਾਂ ਨੂੰ ਗੈਸ ਹੀ ਅਸੀਂ ਕਹਿੰਦੇ ਆ, ਹਾਂਜੀ, ਲੈਂਪ, ਗੈਸ ਵਾਲੇ ਲੈਂਪ ਕਹਿ ਲਓ ਜਿਸ ਤਰ੍ਹਾਂ, ਹਾਂਜੀ ਗੈਸ ਵਾਲੇ ਲੈਂਪ ਕਹਿ ਲਓ। ਤੇ ਉਹਦੇ ਵਿੱਚ ਮਿੱਟੀ ਦਾ ਤੇਲ ਵੀ ਜਿਹੜੇ ਆ ਉਹ ਟੀਚਰ ਆਪਣੇ ਕੋਲੋਂ ਦੇ ਦਿੰਦੇ ਸੀਗੇ। ਜੋ ਵੀ ਉਹਦਾ ਖਰਚਾ ਹੁੰਦਾ ਸੀਗਾ, ਵਿਦਿਆਰਥੀਆਂ ਕੋਲੋਂ ਵੀ ਕੋਈ ਨੋਮੀਨਲ ਖਰਚਾ ਲੈ ਲਿਆ ਜਾਂਦਾ ਸੀਗਾ। ਤੇ ਉਹਦੇ ਚੋਂ ਐਜੂਕੇਸ਼ਨ ਚੋਂ ਜਿਹੜੇ ਇੰਨੇ ਵੱਡੇ ਬੰਦੇ ਪੈਦਾ ਹੋ ਗਏ ਤੇ ਪ੍ਰਾਈਵੇਟਾਈਜੇਸ਼ਨ ਦੇ ਨਾਂ ਦੇ ਉੱਤੇ, ਪ੍ਰਾਈਵੇਟ ਸੰਸਥਾਵਾਂ ਨੂੰ ਪ੍ਰਫੁੱਲਤ ਕਰਨ ਦੇ ਨਾਂ ਦੇ ਉੱਤੇ ਪ੍ਰਫੁੱਲਤ ਕਰ ਦਿੱਤਾ ਗਿਆ। ਦੇ ਵਿੱਚ ਦਾਖਲੇ ਘਟ ਗਏ। ਹੁਣ ਜਦੋਂ ਸਟਾਫ ਪੂਰਾ ਹੋਵੇ, ਸਹੂਲਤਾਂ ਹੋਣ, ਤਾਂ ਵਿਦਿਆਰਥੀ ਆਪੇ ਹੀ ਜਿਹੜੇ ਆ ਉਹ ਸਰਕਾਰੀ ਸਕੂਲਾਂ ਦੇ ਵਿੱਚ ਆਉਣਗੇ। ਮੇਰਾ ਖਿਆਲ ਇਹ ਆ, ਜਿਹੜਾ ਮੇਰਾ ਪਰਸਨਲ ਵਿਚਾਰ ਆ ਉਹ ਇਹ ਆ ਭਈ ਮੈਂ ਕਿਉਂਕਿ ਪੰਜਾਬ ਦੇ ਵਿੱਚ ਹੀ ਪੜ੍ਹਿਆ ਤੇ ਪੰਜਾਬ ਦੇ ਕਾਲਜਾਂ ਦੇ ਵਿੱਚ ਮੈਂ ਪੜ੍ਹਾਇਆ ਹੈਗਾ, ਮੈਂ ਪੰਜਾਬ ਦੇ ਸਿੱਖਿਆ ਤੰਤਰ ਨਾਲ ਜੇ ਬਹੁਤ ਜ਼ਿਆਦਾ ਨਹੀਂ ਤਾਂ ਥੋੜ੍ਹਾ ਬਹੁਤ ਜ਼ਰੂਰ ਵਾਕਫ ਹੈਗਾ। ਸੋ ਜਿਹੜੀ ਤਾਂ ਭਗਵੰਤ ਮਾਨ ਹੋਰਾਂ ਦੀ ਦਿੱਲੀ ਮਾਡਲ ਲਿਆਉਣ ਦੀ ਗੱਲ ਹੈਗੀ ਆ ਨਾ, ਦਿੱਲੀ ਮਾਡਲ ਦੀ ਕੋਈ ਏਡੀ, ਦਿੱਲੀ ਮਾਡਲ ਕੋਈ ਉੱਤੋਂ ਸੁਰਖਾਬ ਦੇ ਖੰਭਾਂ ਵਾਲਾ ਮਾਡਲ ਨਹੀਂ ਹੈ। ਪੰਜਾਬ ਦੇ ਕੋਲ ਆਪਣਾ ਮਾਡਲ, ਜਿਹਨੇ ਸਾਡੇ ਬਹੁਤ ਵੱਡੇ ਵੱਡੇ ਅਰਥ ਸ਼ਾਸਤਰੀ, ਈਵਨ ਕਿ ਪ੍ਰਧਾਨ ਮੰਤਰੀ ਜਿਹੜੇ ਆ ਸਾਡੇ, ਉਹ ਗੌਰਮੈਂਟ ਕਾਲਜ ਹੁਸ਼ਿਆਰਪੁਰ ਦੇ ਵਿੱਚ ਪੜ੍ਹੇ ਸੀਗੇ। ਤੇ ਸਾਡੇ ਜਿਹੜੇ ਸਿੱਖਿਆ ਸ਼ਾਸਤਰੀ ਨੇ ਵੱਡੇ, ਉਹ ਵੀ ਗੌਰਮੈਂਟ ਕਾਲਜਾਂ 'ਚ ਪੜ੍ਹੇ ਆ। ਸੋ ਇਹ ਇੱਕ ਬਹੁਤ ਸੁਖਦ, ਬੜੀ ਚੰਗੀ ਹਾਂਦਰੂ ਖਬਰ ਆ ਜਿਹੜੀ ਭਗਵੰਤ ਮਾਨ ਨੇ ਇਹ ਮੀਟਿੰਗ ਰੱਖੀ ਹੈਗੀ ਆ 7 ਮਈ ਨੂੰ। ਔਰ ਭਗਵੰਤ ਮਾਨ ਜਿਹੜਾ ਆ ਉਹਦੇ ਬਾਰੇ ਇਹ
ਪੱਕੀ ਗੱਲ ਹੈਗੀ ਆ ਕਿ ਉਹ ਕਰਨਾ ਚਾਹੁੰਦਾ ਆ, ਇਮਾਨਦਾਰ ਆ, ਉਹਦੇ ਮਨ ਦੇ ਵਿੱਚ ਕੋਈ ਲਾਲਚ, ਕੋਈ ਬੇਈਮਾਨੀ ਨਹੀਂ ਹੈ। ਜੇ ਉਹ ਕੁਝ ਕਰਦਾ ਤਾਂ ਆਪਣੇ ਮਨੋਂ, ਭਾਵੇਂ ਜ਼ਿਕਰ ਸਿੱਖਿਆ ਦਾ ਹੀ ਕਰ ਰਹੇ ਆ, ਪਰ ਹੁਣ ਜਿਹੜਾ ਉਹਨੇ ਕਿਹਾ ਵੀ ਝੋਨਾ ਤੁਸੀਂ ਕੱਦੂ ਕਰਕੇ ਨਾ ਲਾਓ ਤੇ ਬੀਜਵਾਂ ਲਾਓ, ਉਹਦੇ 'ਚ ਕਹਿੰਦਾ ਵੀ ਜਿਹੜਾ ਝੋਨਾ ਬੀਜਵਾਂ ਲਾਊਗਾ ਉਹਨੂੰ 1500 ਰੁਪਏ ਗੌਰਮੈਂਟ ਦਊਗੀ। ਮਤਲਬ ਕਿ ਉਹ ਹਰ ਖੇਤਰ ਦੇ ਵਿੱਚ ਇੱਕ ਵਧੀਆ ਕੰਮ ਜਿਹੜਾ ਉਹ ਕਰ ਰਿਹਾ ਹੈਗਾ। ਔਰ ਇਹ ਵੀ ਬਹੁਤ ਵਧੀਆ ਗੱਲ ਆ ਕਿ ਪੰਜਾਬ ਦੇ ਸਿੱਖਿਆ ਸ਼ਾਸਤਰੀਆਂ ਨੂੰ, ਸਕੂਲ ਸਿੱਖਿਆ ਨਾਲ ਸੰਬੰਧਿਤ ਸਕੂਲਾਂ ਦੇ ਮੁਖੀਆਂ ਨੂੰ, ਡੀਓਜ਼ ਨੂੰ, ਬੀਓਜ਼ ਨੂੰ, ਸਾਰਿਆਂ ਨੂੰ ਸੱਦ ਕੇ ਤੇ ਨਾਲ ਜਿਹੜਾ ਇਹ ਕਿਹਾ ਵੀ ਕੋਈ ਬਹਾਨਾ ਲਾ ਕੇ ਛੁੱਟੀ ਵੀ ਨਾ ਲੈ ਲਵੇ। ਇਹ ਗੱਲਾਂ ਦੱਸਦੀਆਂ ਭਈ ਭਗਵੰਤ ਮਾਨ ਹੁਰੀ ਸੰਜੀਦਾ ਨਹੀਂ, ਸੰਜੀਦਗੀ ਉਹਨਾਂ ਦੀ ਸੰਜੀਦਗੀ ਨਜ਼ਰ ਆਉਂਦੀ ਹੈ। ਸਿੱਖਿਆ ਢਾਂਚੇ ਨੂੰ ਸੁਧਾਰਨ ਲਈ ਬਹੁਤ ਸੰਜੀਦਾ ਨੇ ਔਰ ਸੰਜੀਦਗੀ ਨਾਲ ਉਹ ਇਧਰਲੇ ਪਾਸੇ ਨੂੰ ਕਦਮ ਚੁੱਕ ਰਹੇ ਨੇ। ਗਿੱਲ ਸਾਹਿਬ, ਇਹ ਪੰਜਾਬ ਦੇ ਲੋਕਾਂ ਦੀ ਖੁਸ਼ਕਿਸਮਤੀ ਹੋਏਗੀ ਕਿ ਇਸ ਕਿਸਮ ਦਾ ਮੁੱਖ ਮੰਤਰੀ ਜਿਹੜਾ ਉਹ ਇੰਨੀ ਨੇਕ ਨੀਤੀ ਨਾਲ ਸਿੱਖਿਆ ਦੇ ਸੁਧਾਰ ਕਰਨਾ ਚਾਹੇ। ਔਰ ਮੈਂ ਮਹਿਸੂਸ ਕਰਦਾ ਹਾਂ ਕਿ ਹਰ ਪਿੰਡ 'ਚ ਗਿੱਲ ਸਾਹਿਬ ਪ੍ਰਾਇਮਰੀ ਸਕੂਲ ਹੈਗਾ, ਜਿੱਥੇ ਬਿਲਕੁਲ ਛੋਟਾ ਵੀ ਕੋਈ ਪਿੰਡ ਆ ਨਾ, ਉਹਦੇ 'ਚ ਵੀ ਪ੍ਰਾਇਮਰੀ ਸਕੂਲ ਆ। ਔਰ ਪੰਜਾਬ ਦੇ ਵਿੱਚ ਜਿਹੜਾ ਢਾਂਚਾ ਹੈਗਾ ਉਹ ਇਸ ਕਦਰ ਮਜ਼ਬੂਤ ਆ ਭਈ ਹਰ ਪਿੰਡ ਨੂੰ ਪੱਕੀ ਸੜਕ ਜਾਂਦੀ ਆ, ਹਰ ਪਿੰਡ ਨੂੰ ਬਿਜਲੀ ਮਿਲਦੀ ਆ, ਤੇ ਹਰ ਪਿੰਡ ਦੇ ਵਿੱਚ ਪ੍ਰਾਇਮਰੀ ਸਕੂਲ ਆ, ਪ੍ਰਾਇਮਰੀ ਹੈਲਥ ਸੈਂਟਰ ਆ। ਸੋ ਇਸ ਕਰਕੇ ਜਿਹੜਾ ਇਨਫਰਾਸਟ੍ਰਕਚਰ ਆ ਇਹ ਠੀਕ ਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹਨੇ ਦਿੱਲੀ ਦੇ ਵਿੱਚ ਤਜਰਬੇ ਕੀਤੇ ਆ, ਪਰ ਪੰਜਾਬ ਕੋਲ ਇਨਫਰਾਸਟ੍ਰਕਚਰ ਪਹਿਲਾਂ ਹੀ ਹੈਗਾ, ਐਜੂਕੇਸ਼ਨ ਦਾ ਵੀ ਹੈਗਾ, ਸਿੱਖਿਆ ਦਾ ਵੀ, ਆਪਣੇ ਸਿਹਤ ਦਾ ਵੀ ਹੈਗਾ। ਸੋ ਇਹ ਇੱਕ ਬੜੀ ਚੰਗੀ ਖਬਰ ਹੈ ਜੀ ਗਿੱਲ ਸਾਹਿਬ, ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ ਜੀ। ਵੈਸੇ ਵੀ ਇਸ ਕਦਮ ਨਾਲ ਜਿਹੜਾ ਵਿਰੋਧੀਆਂ ਨੇ ਸਵਾਲ ਉਠਾਏ ਸੀਗੇ ਕਿ ਨੌਲੇਜ ਸ਼ੇਅਰਿੰਗ ਜਿਹੜੀ ਆ ਉਹ ਪੰਜਾਬ ਦੇ ਸਿੱਖਿਆ ਸ਼ਾਸਤਰੀਆਂ ਨਾਲ ਕਰਨੀ ਜ਼ਰੂਰੀ ਆ, ਨਾ ਕਿ ਦਿੱਲੀ ਜਾ ਕੇ ਕਰਨੀ, ਉਹਦਾ ਵੀ ਜਵਾਬ ਮੇਰੇ ਖਿਆਲ ਮਿਲ ਜਾਏਗਾ ਲੋਕਾਂ ਨੂੰ ਕਿ ਹੁਣ ਉਹਨਾਂ ਨੇ ਆਪਣੇ ਪੱਧਰ ਤੇ ਆਪਣੇ ਜਿੰਨੇ ਸਿੱਖਿਆ ਸ਼ਾਸਤਰੀ ਨੇ ਜਾਂ ਐਜੂਕੇਸ਼ਨ ਨਾਲ ਸੰਬੰਧਿਤ ਐਕਸਪਰਟ ਨੇ ਉਹਨਾਂ ਨੂੰ ਇਹਦੇ ਵਿੱਚ ਇਨਵੋਲਵ ਕੀਤਾ। ਤੇ ਹੋ ਸਕਦਾ ਹੈ ਕਿ ਲੋਕ ਜਿਹੜੇ ਆ ਕੋਈ ਹੋਰ ਵਧੀਆ ਸੁਝਾਅ ਦੇਣ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦਾ ਢਾਂਚਾ ਆਪਣੇ ਆਪ 'ਚ ਇੱਕ ਵੱਖਰਾ ਤੇ ਮਜ਼ਬੂਤ ਢਾਂਚਾ ਹੈਗਾ, ਜੇ ਕੋਈ ਚੰਗੇ ਉੱਥੋਂ ਮਸ਼ਵਰੇ ਆਉਂਦੇ ਆ ਤੇ ਜਿਹੜਾ ਇਹ ਮਾਹੌਲ ਵਿਗੜਿਆ ਹੋਇਆ ਐਜੂਕੇਸ਼ਨ ਦਾ, ਜੇ ਉਹਨੂੰ ਮੁੜ ਲੀਹਾਂ ਤੇ ਲੈ ਕੇ ਆ ਜਾਂਦਾ ਆ ਤਾਂ ਫਿਰ ਕਿਤੇ ਨਾ ਕਿਤੇ ਸਾਨੂੰ ਫਿਰ ਉਹ ਦਿਨ ਵੇਖਣ ਨੂੰ ਮਿਲ ਜਾਣਗੇ ਕਿ ਜਦੋਂ ਟੀਚਰ ਰਾਤ ਨੂੰ ਸਟੂਡੈਂਟ ਨੂੰ ਸੱਦ ਕੇ ਬਿਨਾਂ ਪੈਸਿਆਂ ਤੋਂ ਪੜ੍ਹਾਈ ਕਰਾਉਣਗੇ। ਇਹ ਤਜਰਬਾ ਮੇਰਾ ਵੀ ਹੈ ਜੀ। ਅਸੀਂ ਵੀ ਉਹਨਾਂ ਦਿਨਾਂ ਦੇ ਵਿੱਚ 8ਵੀਂ ਜਮਾਤ ਜਦੋਂ ਪੜ੍ਹਦੇ ਹੁੰਦੇ ਸੀ ਤੇ ਐਗਜ਼ਾਮ ਫਰਵਰੀ 'ਚ ਹੋਇਆ ਕਰਦੇ ਮੈਨੂੰ ਪਤਾ, ਤੇ ਦਸੰਬਰ ਜਨਵਰੀ ਦਾ ਮਹੀਨਾ 2 ਮਹੀਨੇ ਘੱਟੋ ਘੱਟ ਰਾਤ ਹੀ ਸਕੂਲ ਸੌਂਦੇ ਹੁੰਦੇ ਸੀਗੇ ਤੇ ਸਕੂਲ 'ਚ ਸਾਨੂੰ ਹਰ ਤਰ੍ਹਾਂ ਦੀ ਐਜੂਕੇਸ਼ਨ ਜਿਹੜੀ ਆ ਰਾਤ ਨੂੰ ਵੀ ਲੇਟ ਨਾਈਟ ਤੱਕ ਦਿੱਤੀ ਜਾਂਦੀ ਸੀ ਤੇ ਦਿਨ ਦੇ ਟਾਈਮ ਤੇ ਵੱਖਰਾ। ਉਦੋਂ ਅਧਿਆਪਕਾਂ ਦਾ ਜਿਹੜਾ ਆਪਣੇ ਵਿਦਿਆਰਥੀਆਂ ਪ੍ਰਤੀ ਰਵੱਈਆ ਹੁੰਦਾ ਸੀਗਾ ਉਹ ਅਲੱਗ ਤਰ੍ਹਾਂ ਦਾ ਹੁੰਦਾ ਸੀ। ਵਿਗੜੇ ਹੋਏ ਮਾਹੌਲ ਨੇ, ਬਦਲੇ ਹੋਏ ਮਾਹੌਲ ਨੇ ਸਾਰਾ ਕੁਝ ਹੀ ਬਦਲ ਦਿੱਤਾ। ਕਈ ਵਾਰ ਤਾਂ ਇੱਦਾਂ ਲੱਗਦਾ ਨਾ ਉਹ ਅਧਿਆਪਕ ਰਹੇ, ਨਾ ਉਹ ਸਿਸਟਮ ਰਿਹਾ, ਨਾ ਉਹ ਮਾਪੇ ਰਹੇ ਜਿਹੜੇ ਅਧਿਆਪਕ ਨੂੰ ਮਾਪਿਆਂ ਤੋਂ ਵੱਧ ਮਾਣ ਦਿੰਦੇ ਸੀ। ਹੁਣ ਤੇ ਮਾੜੀ ਜੀ ਕੋਈ ਗੱਲ ਹੋ ਜਾਏ ਤੇ ਮਾਪੇ ਡਾਂਗ ਲਿਖ ਕੇ ਸਕੂਲ ਪਹੁੰਚ ਜਾਂਦੇ ਆ ਕਿ ਸਾਡੇ ਬੱਚੇ ਨੂੰ ਹੱਥ ਲਾਉਣ ਵਾਲਾ ਦੁੱਖ ਹੋਣਿਆ। ਤੇ ਉਦੋਂ ਉਲਟ ਹੁੰਦਾ ਸੀਗਾ ਜੀ। ਉਦੋਂ ਇਹ ਸੀਗਾ ਕਿ ਜੇ ਕੋਈ ਬੱਚਾ ਗਲਤੀ ਕਰਦਾ ਸੀਗਾ ਜਾਂ ਸ਼ਰਾਰਤੀ ਕਰਦਾ ਸੀਗਾ ਤੇ ਬੱਚੇ ਅਧਿਆਪਕ ਨੂੰ ਕਹਿੰਦੇ ਸੀ ਜੀ ਤੁਸੀਂ ਇਹਨੂੰ ਜੋ ਮਰਜ਼ੀ ਸਜ਼ਾ ਦਿਓ ਤੇ ਇਹਨੂੰ ਤੁਸੀਂ ਠੀਕ ਕਰੋ, ਭਾਵੇਂ ਡਾਂਗ ਫੇਰੋ, ਭਾਵੇਂ ਸੋਟੀ ਫੇਰੋ, ਕੁਛ ਕਰੋ। ਬਿਲਕੁਲ ਬਿਲਕੁਲ ਮਾਪੇ ਇਹ ਕਹਿੰਦੇ ਸੀ। ਹਾਂਜੀ। ਸੋ ਗਿੱਲ ਸਾਹਿਬ, ਇਹ ਆ ਕਿ ਇਹਦੇ ਵਿੱਚ ਜਿਹੜੇ ਸਿੱਖਿਆ ਨਾਲ ਸੰਬੰਧਿਤ ਕਰਮਚਾਰੀ ਆ ਉਹ ਸਿੱਖਿਆ ਦੇ ਸੰਬੰਧ ਵਿੱਚ ਸੁਝਾਅ ਦੇਣਗੇ, ਪਰ ਜੇ ਦੋ ਗੱਲਾਂ ਹੀ ਸਰਕਾਰੀ ਸਕੂਲਾਂ 'ਚ ਗਿੱਲ ਸਾਹਿਬ ਕਰ ਲਈਆਂ ਜਾਣ ਨਾ, ਨੰਬਰ 1 ਸਟਾਫ ਪੂਰਾ ਕਰ ਦਿੱਤਾ ਜਾਵੇ, ਨੰਬਰ 2 ਜਿਹੜੀਆਂ ਸਹੂਲਤਾਂ ਆ ਉਹਨਾਂ ਦੇ ਬਹਿਣ ਲਈ ਫਰਨੀਚਰ ਆ, ਉਹਨਾਂ ਦੇ ਬਹਿਣ ਲਈ ਕਮਰੇ ਆ, ਉਹਨਾਂ ਦੇ ਬਹਿਣ ਲਈ ਉਹਨਾਂ ਦੇ ਪੀਣ ਦਾ ਪ੍ਰਬੰਧ ਆ, ਉਹਨਾਂ ਦੇ ਜਿਹੜੇ ਗੁਸਲਖਾਨੇ ਵਗੈਰਾ ਹੈਗੇ ਆ ਉਹਨਾਂ ਦਾ ਪ੍ਰਬੰਧ ਆ, ਔਰ ਨਾਲ ਦੀ ਨਾਲ ਜਿਹੜੇ ਸਿੱਖਿਆ ਦੇ ਕਰਮਚਾਰੀ ਆ, ਅਧਿਆਪਕ ਨੇ, ਉਹਨਾਂ ਕੋਲੋਂ ਕੇਵਲ ਸਿੱਖਿਆ ਨਾਲ ਸੰਬੰਧਿਤ ਹੀ ਕੰਮ ਲਏ ਜਾਣ। ਇਹ ਨਹੀਂ ਕਿ ਜੇ ਮਰਦਮਸ਼ੁਮਾਰੀ ਕਰਨੀ ਹੈ ਤਾਂ ਵੀ ਅਧਿਆਪਕ, ਜੇ ਡੰਗਰ ਗਿਣਨੇ ਆ ਤਾਂ ਵੀ ਅਧਿਆਪਕ, ਜੇ ਕੁੱਤੇ ਮਾਰਨੇ ਆ ਤਾਂ ਵੀ ਅਧਿਆਪਕ,
ਤੇ ਅਧਿਆਪਕ ਨੂੰ ਇੱਕ ਐਸਾ ਸਮਝ ਛੱਡਿਆ ਵੀ ਸ਼ਾਮ ਲਾਟ ਹੀ ਸਮਝ ਲਓ ਵੀ ਜਿੱਧਰ ਜੀ ਕਰੇ ਇਹਨੂੰ ਤੋਰ ਦੋ, ਅਧਿਆਪਕ ਕੋਲੋਂ ਅਧਿਆਪਨ ਦਾ ਹੀ ਕੰਮ ਲਿਆ ਜਾਵੇ। ਮੈਂ ਕਹਿੰਦਾ ਇਹ ਤਿੰਨ ਗੱਲਾਂ ਹੀ ਕਰ ਲਈਆਂ ਜਾਣ ਨਾ ਗਿੱਲ ਸਾਹਿਬ, ਤੇ ਪੰਜਾਬ ਦਾ ਵਿਦਿਅਕ ਢਾਂਚਾ ਜਿਹੜਾ ਉਹ ਬਹੁਤ ਵਧੀਆ ਹੋ ਸਕਦਾ ਹੈ। ਜੀ ਜੀ ਵੈਸੇ ਜਿੱਦਾਂ ਮੁੱਖ ਮੰਤਰੀ ਪੰਜਾਬ ਨੇ ਇਹ ਗੱਲ ਤੇ ਪਹਿਲੇ ਦਿਨਾਂ 'ਚ ਹੀ ਕਹਿ ਦਿੱਤੀ ਸੀ ਕਿ ਅਧਿਆਪਕ ਕੋਲੋਂ ਸਿਰਫ ਅਧਿਆਪਨ ਦਾ ਕੰਮ ਹੀ ਜਿਹੜਾ ਟੀਚਿੰਗ ਦਾ ਕੰਮ ਹੈ, ਪੜ੍ਹਾਈ ਦਾ ਕੰਮ ਹੈ, ਉਹੀ ਲਿਆ ਜਾਏਗਾ। ਉਹਨਾਂ ਨੂੰ ਇਹੋ ਜਿਹੇ ਕੰਮਾਂ ਤੇ ਵੋਟਾਂ ਬਣਾਉਣ ਤੇ ਮਰਦਮਸ਼ੁਮਾਰੀ ਕਰਨ ਤੇ ਨਹੀਂ ਭੇਜਿਆ ਜਾਏਗਾ। ਪਰ ਨਾਲ ਦੀ ਨਾਲ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਗੁਸਲਖਾਨੇ ਠੀਕ ਹੋਣ, ਫਰਨੀਚਰ ਮਿਲ ਜਾਵੇ, ਉਹਨਾਂ ਨੂੰ ਬਹਿਣ ਦੀ ਜਗ੍ਹਾ ਪ੍ਰੋਪਰ ਮਿਲ ਜਾਏ, ਪੀਣ ਵਾਲਾ ਪਾਣੀ ਮਿਲ ਜਾਏ, ਇਹੀ ਤੇ ਦਿੱਲੀ ਮਾਡਲ ਹੈ। ਜੇ ਇਹ ਚੀਜ਼ਾਂ ਆਪਾਂ ਦਿੱਲੀ ਤੋਂ ਅਡਾਪਟ ਕਰਕੇ ਅਗਰ ਕਰ ਲੈਨੇ ਆ ਤੇ ਫਿਰ ਉਹਦੇ 'ਚ ਕਿਸੇ ਨੂੰ ਕੋਈ ਇਤਰਾਜ਼ ਵੀ ਨਹੀਂ ਆ। ਹਾਂ, ਬਾਕੀ ਜਿਹੜਾ ਢਾਂਚਾ ਆ ਉਹਨੂੰ ਦਰੁਸਤ ਕਰਨ ਲਈ ਜਿਹੜਾ ਇਨਫਰਾਸਟ੍ਰਕਚਰ ਆ ਉਹ ਅਗਰ ਦਿੱਲੀ ਵਾਲੇ ਪੈਟਰਨ ਤੇ ਕਰ ਲਿਆ ਜਾਵੇ, ਉਸ ਪੈਟਰਨ ਤੇ ਕੰਪਿਊਟਰ ਵਾਲੇ ਆ ਜਾਣ, ਕੰਪਿਊਟਰ ਟੀਚਰ ਆ ਜਾਣ, ਆਨਲਾਈਨ ਐਜੂਕੇਸ਼ਨ ਦਾ ਪ੍ਰਬੰਧ ਹੋ ਜਾਵੇ, ਬੱਚਿਆਂ ਦੇ ਬਹਿਣ ਲਈ ਪ੍ਰੋਪਰ ਡੈਸਕ ਹੋ ਜਾਣ, ਪ੍ਰੋਪਰ ਲੈਬੋਰਟਰੀਆਂ ਬਣ ਜਾਣ, ਪ੍ਰੋਪਰ ਵਾਸ਼ਰੂਮ ਬਣ ਜਾਣ, ਬੇਟੀਆਂ ਵਾਸਤੇ ਵੱਖਰੇ ਵਾਸ਼ਰੂਮ ਬਣ ਜਾਣ, ਸਟਾਫ ਵਾਸਤੇ ਵੱਖਰੇ ਸਾਫ ਸੁਥਰੇ ਵਾਸ਼ਰੂਮ ਬਣ ਜਾਣ, ਸਟਾਫ ਪੂਰਾ ਹੋ ਜੇ। ਇਸੇ ਨੂੰ ਤੇ ਭਗਵੰਤ ਦੀ ਦਿੱਲੀ ਮਾਡਲ ਕਹਿੰਦੇ ਆ। ਇਹਦੇ ਵਿੱਚ ਕੋਈ ਮੈਨੂੰ ਨਹੀਂ ਲੱਗਦਾ ਇਤਰਾਜ਼ ਵਾਲੀ ਗੱਲ ਆ। ਬਾਕੀ ਜਿਹੜਾ ਦਿਮਾਗੀ ਤੌਰ ਤੇ ਜਾਂ ਐਜੂਕੇਸ਼ਨ ਸਿਸਟਮ ਨੂੰ, ਸਿਲੇਬਸ ਨੂੰ ਚੁਸਤ ਦਰੁਸਤ ਕਰਨਾ, ਅਧਿਆਪਕਾਂ ਕੋਲੋਂ ਕੰਮ ਲੈਣਾ, ਉਹ ਪੰਜਾਬ ਦੇ ਅਨੁਕੂਲ ਜਿਸ ਤਰ੍ਹਾਂ ਦਾ ਵਾਤਾਵਰਨ ਉਹਦੇ ਮੁਤਾਬਕ ਲੈ ਲਿਆ ਜਾਵੇ। ਇਹ ਜਿਹੜੀ ਗੱਲ ਤੁਸੀਂ ਗਿੱਲ ਸਾਹਿਬ ਕਹਿ ਰਹੇ ਹੋ, ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਅਧਿਆਪਕਾਂ ਨੂੰ, ਪੰਜਾਬੀ ਪ੍ਰੇਮੀਆਂ ਨੂੰ ਇਹ ਇਤਰਾਜ਼ ਨਹੀਂ ਗਾ ਕਿ ਨੌਲੇਜ ਸ਼ੇਅਰ ਨਹੀਂ ਕਰਨਾ ਚਾਹੀਦਾ। ਪੰਜਾਬ ਦੇ ਅਧਿਆਪਕਾਂ ਨੂੰ, ਪੰਜਾਬ ਦੇ ਜਿਹੜੇ ਬੁੱਧੀਜੀਵੀ ਆ, ਉਹਨਾਂ ਨੂੰ ਇਤਰਾਜ਼ ਇਸ ਗੱਲ ਦਾ ਆ ਕਿ ਇਹ ਗੱਲ ਦਿੱਲੀ ਜਾਣ ਤੋਂ ਬਿਨਾਂ ਵੀ ਕੀਤੀ ਜਾ ਸਕਦੀ ਆ। ਇਹ ਕਿਹਨੂੰ ਭੁਲੇਖਾ ਹੈਗਾ ਕਿ ਵੀ ਸਕੂਲ ਦੇ ਵਿੱਚ ਜਿਹੜਾ ਫਰਨੀਚਰ ਹੋਣਾ ਚਾਹੀਦਾ, ਕਮਰੇ ਜਿਹੜੇ ਆ ਉਹ ਠੀਕ ਹੋਣੇ ਚਾਹੀਦੇ ਆ, ਗੁਸਲਖਾਨੇ ਹੋਣੇ ਚਾਹੀਦੇ ਆ, ਵਗੈਰਾ ਵਗੈਰਾ, ਅਧਿਆਪਕ ਪੂਰੇ ਹੋਣੇ ਚਾਹੀਦੇ ਆ। ਇਹਦੇ 'ਚ ਕਿਤੋਂ ਵੀ ਮਾਡਲ ਲੈਣ ਦੀ ਲੋੜ ਨਹੀਂ ਹੈ। ਹਾਂ, ਜੇ ਕੋਈ ਖਾਸ ਗੱਲ ਜਿਹੜੀ ਹੈਗੀ ਆ ਉਹ ਕਿਤੇ ਲਾਗੂ ਹੋਈ ਹੈਗੀ ਆ, ਜਿਹੜੀ ਪੰਜਾਬ ਦੇ ਵਿੱਚ ਪਹਿਲਾਂ ਹੈ ਨਹੀਂ ਸੀਗੀ, ਤਾਂ ਉਹਦੇ ਲਈ ਤਾਂ ਕਿਤੋਂ ਵੀ ਗਿਆਨ ਪ੍ਰਾਪਤ ਕਰ ਲੈਣਾ, ਕਿਤੋਂ ਵੀ ਨੌਲੇਜ ਲੈ ਲੈਣਾ ਮਾੜੀ ਗੱਲ ਨਹੀਂ ਹੈ। ਸੋ ਇਹ ਬੜੀ ਚੰਗੀ ਗੱਲ ਆ ਕਿ ਪੰਜਾਬ ਦੇ ਵਿੱਚ ਬੜਾ ਇੱਕ ਜਿਹੜਾ ਨਾ ਜੀ ਹਿਊਮਨ ਰਿਸੋਰਸਿਸ ਡਿਵੈਲਪਮੈਂਟ ਬਹੁਤ ਵਧੀਆ ਸਾਡੇ ਕੋਲ ਟੀਚਰ ਨੇ, ਬੜੇ ਵਧੀਆ ਸਿੱਖਿਆ ਸ਼ਾਸਤਰੀ ਨੇ, ਹਰ ਖੇਤਰ ਦੇ ਸਾਡੇ ਕੋਲ ਬਹੁਤ ਵੱਡੇ ਬੰਦੇ ਨੇ। ਲੋੜ ਤਾਂ ਗਿੱਲ ਸਾਹਿਬ ਸਿਰਫ ਇਹ ਨਹੀਂ ਕੀ ਆ ਨਾ ਕਿ ਇਹ ਜਿਹੜੀ ਨੀਤੀ ਬਣਾਉਣੀ ਆ ਉਹਨੂੰ ਲਾਗੂ ਕਿੱਦਾਂ ਕੀਤਾ ਜਾਵੇ। ਜਿੱਦਾਂ ਮੈਂ ਕਿਹਾ ਵੀ ਹੁਣ ਜੇ ਅਧਿਆਪਕ ਪੂਰੇ ਹੋ ਜਾਣਗੇ, ਇਨਫਰਾਸਟ੍ਰਕਚਰ ਠੀਕ ਹੋ ਜਾਏਗਾ, ਤਾਂ ਬੱਚੇ ਜਿੱਦਾਂ ਦਿੱਲੀ ਦੇ ਵਿੱਚ ਪ੍ਰਾਈਵੇਟ ਸਕੂਲ ਛੱਡ ਕੇ ਤੇ ਸਰਕਾਰੀ ਸਕੂਲਾਂ 'ਚ ਆਏ ਆ, ਤੇ ਉਹ ਸਰਕਾਰੀ ਸਕੂਲਾਂ 'ਚ ਆਉਣਗੇ। ਮੈਂ ਕਾਲਜ 'ਚ ਪੜਾਉਂਦਾ ਰਿਹਾ ਗਿੱਲ ਸਾਹਿਬ, ਗਵਰਨਮੈਂਟ ਕਾਲਜ ਹੁਸ਼ਿਆਰਪੁਰ, ਜਿਹੜਾ ਗਵਰਨਮੈਂਟ ਕਾਲਜ ਫਾਰ ਵਿਮਨ ਅੰਮ੍ਰਿਤਸਰ ਆ, ਪਟਿਆਲੇ ਦੇ 5 ਕਾਲਜ, ਲੁਧਿਆਣੇ ਦੇ 2 ਕਾਲਜ ਕੁੜੀਆਂ ਦਾ ਤੇ ਮੁੰਡਿਆਂ ਦਾ, ਇਹ ਰਜਿੰਦਰਾ ਕਾਲਜ ਫਰੀਦਕੋਟ, ਬਰਜਿੰਦਰਾ ਕਾਲਜ ਫਰੀਦਕੋਟ, ਰਜਿੰਦਰਾ ਕਾਲਜ ਬਠਿੰਡਾ, ਰਣਬੀਰ ਕਾਲਜ ਸੰਗਰੂਰ, ਰਣਧੀਰ ਕਾਲਜ ਕਪੂਰਥਲਾ, ਇਹ ਗਵਰਨਮੈਂਟ ਕਾਲਜ ਨੇ ਸਾਰੇ। ਇੱਥੇ ਵਿਦਿਆਰਥੀ ਗਿੱਲ ਸਾਹਿਬ ਸਭ ਤੋਂ ਪਹਿਲਾਂ ਗਵਰਨਮੈਂਟ ਕਾਲਜ 'ਚ ਦਾਖਲ ਹੁੰਦੇ ਸੀਗੇ, ਅਜੇ ਵੀ ਸ਼ਾਇਦ ਹੁੰਦੇ ਹੋਣ, ਤੇ ਜੇ ਇੱਥੋਂ ਨਾ ਹੋ ਜੇ ਤਾਂ ਫਿਰ ਕਿਸੇ ਪ੍ਰਾਈਵੇਟ ਕਾਲਜ ਵੱਲ ਜਾਂਦੇ ਸੀਗੇ। ਸੋ ਕੈਰੋਂ ਇੱਕ ਸਕੂਲ ਹੁੰਦਾ ਸੀਗਾ, ਉੱਥੇ ਵਿੰਗ ਵੀ ਸੀਗਾ ਖੇਡਾਂ ਦਾ, ਸਪੋਰਟਸ ਵਿੰਗ ਸੀ, ਉੱਥੇ ਹੋਸਟਲ ਸੀ ਪਹਿਲਾਂ, ਬੱਚੇ ਉੱਥੇ ਜਾਂਦੇ ਸੀਗੇ। ਮਾਲ ਰੋਡ ਅੰਮ੍ਰਿਤਸਰ ਸਕੂਲ ਸੀਗਾ, ਉੱਥੇ ਜਾਂਦੇ ਸੀਗੇ। ਜਲੰਧਰ ਨਹਿਰੂ ਗਾਰਡਨ ਸਕੂਲ ਸੀਗਾ, ਉੱਥੇ ਜਾਂਦੇ ਸੀਗੇ। ਇਹ ਸਾਰੀਆਂ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਜੀ, ਜਿੱਦਾਂ ਪਹਿਲਾਂ ਮੈਂ ਬੇਨਤੀ ਕੀਤੀ ਆ, ਇਹ ਸਰਕਾਰ ਨੇ ਪ੍ਰਾਈਵੇਟ ਅਦਾਰਿਆਂ ਨੂੰ ਆਪ ਪ੍ਰਫੁੱਲਤ ਕਰਨ ਵਾਸਤੇ ਇਹਨਾਂ ਨੂੰ ਏਡੇ ਵੱਡੇ ਅਦਾਰਿਆਂ ਨੂੰ ਢਾਇਆ। ਤੇ ਜਦੋਂ ਗਿੱਲ ਸਾਹਿਬ ਮਲਾਹ ਜਿਹੜਾ ਉਹ ਬੇੜੀ ਨੂੰ ਡੋਬਣ ਤੇ ਆਇਆ ਹੋਵੇ ਤੇ ਬੇੜੀ ਨੂੰ ਕੋਈ ਨਹੀਂ ਤਾਰ ਸਕਦਾ। ਜੇ ਹੁਣ ਪੰਜਾਬ ਨੂੰ ਚੰਗਾ ਮਲਾਹ ਮਿਲਿਆ ਆ ਤੇ ਉਹ ਬੇੜੀ ਨੂੰ ਤਾਰਨ ਲਈ ਯਤਨਸ਼ੀਲ ਆ, ਤੇ ਉਹਨੂੰ ਤਾਰਨ ਤੋਂ ਵੀ ਕੋਈ ਨਹੀਂ ਰੋਕ ਸਕਦਾ। ਐਪਰੀਸ਼ੀਏਟ ਵੀ ਕਰਨਾ ਬਣਦਾ। ਤੇ ਸਭ ਜਿਹੜੀ ਇੱਕ ਹੋਰ ਚੀਜ਼ ਆਪਾਂ ਜੇ ਡਿਸਕਸ ਨਹੀਂ ਕੀਤੀ ਉਹ ਇਹ ਆ ਕਿ ਜਿਹੜੀ ਦਿੱਲੀ ਵਾਲਿਆਂ ਨੇ ਕਰਕੇ ਦਿਖਾਈ, ਉਹਨਾਂ ਨੇ ਆਪਣੇ 94 ਅਧਿਆਪਕਾਂ ਨੂੰ, ਜਿੱਦਾਂ ਦੱਸਿਆ ਗਿਆ ਸੀ ਉਸ ਦਿਨ ਕਿ 400
ਦੇ ਕਰੀਬ ਲੋਕਾਂ ਨੇ ਸੁਝਾਅ ਦਿੱਤੇ ਸੀ ਉੱਥੋਂ ਦੇ ਸਿੱਖਿਆ ਸ਼ਾਸਤਰੀਆਂ ਨੇ, ਜਿਹਦੇ ਵਿੱਚੋਂ 200 ਤੇ ਕੁਝ 18-17 ਇਹੋ ਜਿਹੇ ਸੀ ਜਿਹੜੇ ਬਹੁਤ ਉਹਨਾਂ ਨੂੰ ਅਪੀਲ ਕੀਤੇ, ਤੇ ਉਹਨਾਂ ਨੇ ਉਹਨਾਂ ਵਿਅਕਤੀਆਂ ਨੂੰ ਬੁਲਾ ਕੇ ਫਿਰ ਉਹਨਾਂ ਨੂੰ ਟ੍ਰੇਨਿੰਗ ਲਈ ਭੇਜਿਆ। IML ਇੰਸਟੀਚਿਊਟ 'ਚ ਭੇਜਿਆ, ਕਈਆਂ ਨੂੰ ਫਿਨਲੈਂਡ ਭੇਜਿਆ, ਇੰਗਲੈਂਡ ਭੇਜਿਆ, ਜਾਂ ਜਿੱਥੇ ਵੀ ਭੇਜਿਆ ਉਸ ਸਿਸਟਮ ਸਮਝਣ ਲਈ। ਤੇ ਜੇ ਇਦਾਂ ਦਾ ਮਾਹੌਲ ਬਣੇ, ਸਾਡੇ ਵੀ ਅਧਿਆਪਕ ਬਾਹਰ ਜਾ ਕੇ ਚੰਗੀ ਐਜੂਕੇਸ਼ਨ ਜਿਹੜੀ ਆ, ਜਿਸ ਤਰ੍ਹਾਂ ਆਪਾਂ ਪਹਿਲਾਂ ਦੇਖਦੇ ਹੁੰਦੇ ਸੀ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਟੀਚਰਸ ਦੀਆਂ ਵਰਕਸ਼ਾਪ ਲੱਗਦੀਆਂ ਹੁੰਦੀਆਂ ਸੀਗੀਆਂ, ਹੁਣ ਤੇ ਸਾਰਾ ਕੁਝ ਤਹਿਸ ਨਹਿਸ ਹੋ ਗਿਆ। ਤੇ ਜੇਕਰ ਇਦਾਂ ਦਾ ਮੌਕਾ ਮਿਲਦਾ ਅਧਿਆਪਕਾਂ ਨੂੰ ਵੀ, ਉਹਨਾਂ ਦਾ ਵੀ ਜਿਹੜਾ IQ ਆ ਹੋਰ ਖੁੱਲਦਾ ਵਾ, ਹੋਰ ਉਹਨਾਂ ਦੇ ਵਿਚਾਰ ਵਧੀਆ ਹੁੰਦੇ ਆ। ਬਾਹਰ ਜਦੋਂ ਦੇਖਣਗੇ ਜਾ ਕੇ, ਉਹਦੇ ਨਾਲ ਉਹਨਾਂ ਦੇ ਵਿੱਚ ਵੀ ਉਹ ਜਜ਼ਬਾ ਤੇ ਜੋਸ਼ ਹੋਏਗਾ ਕਿ ਅਸੀਂ ਪੰਜਾਬ ਨੂੰ ਮੁੜ ਕੇ ਪੰਜਾਬ ਬਣਾਉਣਾ ਆ, ਪੰਜਾਬ ਨੂੰ ਦੁਨੀਆ ਦੇ ਵਿੱਚ ਇੱਕ ਨਾਮਵਰ ਸਟੇਟ ਵਜੋਂ ਜਿਹੜਾ ਵਾ ਉਹ ਸਥਾਪਿਤ ਕਰਨਾ ਹਰ ਪੰਜਾਬੀ ਦੇ ਦਿਲ ਦੀ ਇੱਛਾ ਹੈ। ਅਧਿਆਪਕ ਵੀ ਪੰਜਾਬੀ ਨੇ ਤੇ ਉਹਨਾਂ ਦੇ ਦਿਲ ਵਿੱਚ ਵੀ ਇਹ ਇੱਛਾ ਜਿਹੜੀ ਆ ਜ਼ਰੂਰ ਹੈ, ਤੇ ਉਹਨਾਂ ਨੂੰ ਮੌਕਾ ਜਿਹੜਾ ਮਿਲ ਜਾਵੇ ਤੇ ਉਹ ਆਪਣਾ ਕ੍ਰਿਸ਼ਮਾ ਦਿਖਾ ਸਕਦੇ ਆ, ਮੇਰਾ ਖਿਆਲ ਹੈ। ਬਿਲਕੁਲ ਸਹੀ ਗੱਲ ਹੈ ਜੀ। ਪੰਜਾਬ ਕੋਲ ਪੜ੍ਹਾਉਣ ਵਾਲਾ ਵੀ ਤੇ ਪੜ੍ਹਨ ਵਾਲਾ ਵੀ ਬਹੁਤ ਵਧੀਆ ਜਿਹੜਾ ਉਹ ਟੈਲੈਂਟ ਹੈਗਾ ਆ। ਸਾਡੇ ਬੱਚੇ ਵਿਦੇਸ਼ਾਂ ਦੇ ਵਿੱਚ ਆ ਕੇ ਮੈਨੇਜਰ ਬਣਦੇ ਨੇ, ਕਾਢਾਂ ਕੱਢਦੇ ਨੇ, ਔਰ ਇਹ ਤੁਸੀਂ ਦੇਖੋ ਕਿ ਜਿਹੜੀ ਸਲਾਈਡ ਜਾਂ ਪ੍ਰੈਜੈਂਟੇਸ਼ਨ ਸਮੀਪ ਸਿੰਘ ਨੇ ਅੱਜ ਪੇਸ਼ ਕੀਤੀ ਆ ਨਾ, ਤੇ ਉਹਨੇ ਉਹਦੇ ਵਿੱਚ ਇੱਕ ਵੀਡੀਓ ਦਿਖਾਈ ਸੀਗੀ, ਜਿਹੜੀ ਅੰਮ੍ਰਿਤਸਰ ਦਾ ਇੱਕ ਮੁੰਡਾ ਜਿਹੜਾ ਉਹ 17 ਸਾਲ ਦਾ ਆ, ਜਿਹਨੇ ਉਹ ਬਣਾਈ ਸੀਗੀ, ਜਿਹਦੇ ਵਿੱਚ ਉਹਨਾਂ ਨੇ ਸਾਰਾ ਹਵਾਈ ਜਹਾਜ਼ਾਂ ਦਾ ਜਿਹੜਾ ਉਹ ਚਲਨ ਦੱਸਿਆ ਸੀਗਾ ਵੀ ਕਦੋਂ ਕਦੋਂ ਆਉਂਦੇ ਆ, ਕਦੋਂ ਇਹ ਬੰਦ ਹੋਏ ਵਗੈਰਾ ਵਗੈਰਾ। ਜੇ ਸਾਡਾ 17 ਸਾਲ ਦਾ ਜਿਹੜਾ ਨੌਜਵਾਨ ਆ ਇੰਨੀ ਵਧੀਆ ਪ੍ਰੈਜੈਂਟੇਸ਼ਨ ਬਣਾ ਸਕਦਾ, ਇੰਨੀ ਵਧੀਆ ਵੀਡੀਓ ਸ਼ੂਟ ਕਰ ਸਕਦਾ ਆ, ਤੇ ਉਹ ਕੀ ਨਹੀਂ ਕਰ ਸਕਦਾ। ਸੋ ਮੇਰਾ ਵਿਸ਼ਵਾਸ ਇਹ ਆ ਕਿ ਪੰਜਾਬ ਦੀ ਧਰਤੀ ਜਿਹੜੀ ਆ, ਉਹਨੂੰ ਗੁਰੂਆਂ ਪੀਰਾਂ ਦੀ ਧਰਤੀ ਤੇ ਮਹਾਂਪੁਰਖਾਂ ਦੀ ਧਰਤੀ, ਵਿਦਵਾਨਾਂ ਦੀ ਧਰਤੀ, ਜਵਾਨਾਂ ਦੀ ਧਰਤੀ, ਭਲਵਾਨਾਂ ਦੀ ਧਰਤੀ ਐਵੇਂ ਨਹੀਂ ਕਿਹਾ ਜਾਂਦਾ। ਇਹਦੇ ਕੋਲ ਬਹੁਤ ਕੁਛ ਆ, ਇਹ ਬੜੀ ਜ਼ਰਖੇਜ਼ ਆ, ਔਰ ਇਹਨੇ ਬਹੁਤ ਮੱਲਾਂ ਮਾਰੀਆਂ ਹੈਗੀਆਂ। ਜੀ ਵੈਸੇ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਖਬਰਾਂ ਤੇ ਪੈਣੀ ਨਿਗਾਹ ਰੱਖਦਾ